ਅੱਜ ਦੇ ਮੁੱਖ ਮੁਲਾਰੇ ਡਾਕਟਰ ਰਣਜੀਤ ਸਿੰਘ ਜੀ ਘੁੰਮਰ ਕ੍ਰੇਟ ਨਾਂ ਦੀ ਸੰਸਥਾ ਜਿਹੜੀ ਚੰਡੀਗੜ੍ਹ ਵਿੱਚ ਚੱਲਦੀ ਹੈ ਉਸ ਦੇ ਵਿੱਚ ਉਹ ਪ੍ਰੋਫੈਸਰ ਨੇ ਔਰ ਪ੍ਰੋਫੈਸਰ ਅਮੈਰਟਸ ਨੇ GNDU ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਮਾਮਲਿਆਂ ਦੇ ਉੱਤੇ ਉਹ ਸਾਡੇ ਨਾਲ ਚਰਚਾ ਕਰਨਗੇ। ਕਰੋਨਾ ਕਾਲ, ਕਿਸਾਨ ਅਤੇ ਖੇਤੀ ਸੰਕਟ 20 ਮਿੰਟ ਉਹ ਆਪਣੇ ਵਿਚਾਰ ਪੇਸ਼ ਕਰਨਗੇ। ਉਪਰੰਤ ਅਸੀਂ ਬਾਕੀ ਸਾਰੇ ਬੁਲਾਰੇ ਜਿਹੜੇ ਹੋਣਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ 2-2 ਮਿੰਟ ਲਈ ਸਾਡੇ ਨਾਲ ਉਹ ਗੱਲ ਕਰਨ ਜਾਂ ਸਵਾਲ ਕਰਨ। ਮੈਂ ਬੇਨਤੀ ਕਰਾਂਗਾ ਡਾਕਟਰ ਰਣਜੀਤ ਸਿੰਘ ਘੁੰਮਣ ਹੋਰਾਂ ਨੂੰ ਪਲੀਜ਼ ਆਓ ਤੇ ਗੱਲ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਗੁਰਮੀਤ ਜੀ। ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੇ ਮੈਂਬਰ ਸਾਹਿਬਾਨ, ਗੁਰਮੀਤ ਪਲਾਹੀ ਜੀ ਤੇ ਇਸ ਵੈਬੀਨਾਰ 'ਚ ਭਾਗ ਲੈ ਰਹੇ ਦੋਸਤੋ, ਜੇ ਆਪ ਜੀ ਦੀ ਇਜਾਜ਼ਤ ਨਾਲ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਮਿਰਜ਼ਾ ਗਾਲਿਬ ਦੇ ਇੱਕ ਸ਼ੇਰ ਨਾਲ ਗੱਲ ਕਰਨੀ ਚਾਹਾਂਗਾ ਜੀ। वो शेर है कि हैं और भी दुनिया में सुखनवर बहुत अच्छे, है और भी दुनिया में सुखनवर बहुत अच्छे, कहते हैं कि है गालिब का अंदाजे बयां। और मैं ये शेर इसलिए किया कि ਗੁਰਮੀਤ ਪਲਾਹੀ ਜੀ ਨੇ ਮੈਨੂੰ ਫੋਨ ਤੇ ਦੱਸਿਆ ਸੀ ਕਿ ਇਸੇ ਮੰਚ ਤੇ ਇਸੇ ਵਿਸ਼ੇ ਤੇ ਕਈ ਬੜੇ ਵੱਡੇ ਵਿਦਵਾਨ ਇਸ ਤੇ ਚਰਚਾ ਕਰ ਚੁੱਕੇ ਨੇ ਤੇ ਮੈਨੂੰ ਲੱਗਿਆ ਕਿ ਮੈਂ ਵੀ ਉਸੇ ਲੜੀ 'ਚ ਹੀ ਸ਼ਾਮਲ ਹੋਵਾਂ। ਪਰ ਮੇਰਾ ਜਿਹੜਾ ਇਸ ਪਾਸੇ ਦਾ ਆਪਣੀ ਗੱਲ ਕਰਨ ਦਾ ਅੰਦਾਜ਼ ਹੈ ਉਹ ਸ਼ਾਇਦ ਥੋੜਾ ਜਿਹਾ ਵੱਖਰਾ ਹੋਵੇ। ਉਹਨਾਂ ਸਾਰੇ ਵਿਦਵਾਨਾਂ ਨੇ ਆਪੋ ਆਪਣੀ ਰਾਏ ਜਿਹੜੀ ਹੈ ਉਹ ਆਪਣੀ ਸਮਝ ਤੇ ਤਜਰਬੇ ਮੁਤਾਬਕ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਹੋਣਗੇ। ਸਭ ਤੋਂ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹਾਂਗਾ, ਉਹ ਮੈਂ ਪ੍ਰਵਿੰਦਰਜੀਤ ਜੀ ਦੇ ਜੋ ਸਵਾਲ ਸੀ ਉਹਨਾਂ ਵੱਲ ਵੀ ਆਵਾਂਗਾ ਬਾਅਦ 'ਚ, ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਪੰਜਾਬ ਦਾ ਕਿਸਾਨ ਤੇ ਖੇਤੀ ਖੇਤਰ ਇੱਕ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ। ਕੋਵਿਡ ਨੇ ਇਹ ਸੰਕਟ ਹੋਰ ਵਧਾ ਦਿੱਤਾ ਤੇ ਖਾਸ ਕਰਕੇ ਜਿਹੜੇ ਮੇਰੇ ਕਿਸਾਨ ਵੀਰ ਫਲ ਤੇ ਸਬਜ਼ੀਆਂ ਦੀ ਖੇਤੀ ਕਰਦੇ ਆ ਤੇ ਦੁੱਧ ਵੇਚਦੇ ਆ, ਉਹਨਾਂ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ। ਸੋ ਇਹਨਾਂ ਚੁਣੌਤੀਆਂ ਦੇ ਸਾਹਮਣੇ ਮੈਂ ਇਹ ਨਹੀਂ ਕਹਿੰਦਾ ਸਗੋਂ ਭਾਰਤ ਦਾ ਕਿਸਾਨ ਵੀ, ਸਮੁੱਚੇ ਭਾਰਤ ਦਾ ਕਿਸਾਨ ਹੀ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਤੇ ਪੰਜਾਬ ਦੇ ਜਿਹੜੇ ਕਿਸਾਨੀ ਸੰਕਟ ਆ ਉਹਦਾ ਇੱਕੋ ਇੱਕ ਸੰਕੇਤ ਜਿਹੜਾ ਉਹ ਮੈਂ ਬਾਅਦ ਵਿੱਚ ਡਿਟੇਲ 'ਚ ਗੱਲ ਕਰਾਂਗਾ ਵੀ ਜੇ ਟਾਈਮ ਹੋਇਆ ਤਾਂ, ਕਿ ਛੋਟੇ ਜਿਹੇ ਸੂਬੇ ਵਿੱਚ ਪਿਛਲੇ 20 ਸਾਲਾਂ ਤੋਂ ਕੋਈ 17-18 ਹਜ਼ਾਰ ਕਿਸਾਨ ਤੇ ਮਜ਼ਦੂਰ ਖੁਦਕੁਸ਼ੀਆਂ ਕਰ ਚੁੱਕੇ ਨੇ ਤੇ ਭਾਰਤ ਦਾ ਅੰਕੜਾ ਦੇਖੀਏ ਤੇ ਉਹ ਤਕਰੀਬਨ 3 ਲੱਖ ਦੇ ਕਰੀਬ ਜਿਹੜਾ ਉਹ ਬਣਦੇ ਨੇ, 3 ਲੱਖ ਤੋਂ ਵੀ ਜ਼ਿਆਦਾ ਹੀ ਬਣਦੇ ਨੇ। ਇੱਥੇ ਜ਼ਿਕਰਯੋਗ ਗੱਲ ਜਿਹੜੀ ਹੈ ਕਿ ਖੁਦਕੁਸ਼ੀਆਂ ਉਹਨਾਂ ਰਾਜਾਂ 'ਚ ਹੀ ਜ਼ਿਆਦਾ ਹੋ ਰਹੀਆਂ ਨੇ ਜਿੱਥੇ ਹਰੀ ਕ੍ਰਾਂਤੀ ਵੱਧ ਕਾਮਯਾਬ ਹੋਈ ਤੇ ਮੈਨੂੰ ਲੱਗਦਾ ਇਹ ਥੋੜਾ ਜਿਹਾ ਜਵਾਬ ਚਰਨਜੀਤ ਜੀ ਨੂੰ ਮਿਲ ਵੀ ਗਿਆ ਹੋਏਗਾ। ਆਪ ਸਾਰੇ ਜਾਣਦੇ ਹੋ ਕਿ ਕਿਸਾਨ ਤੇ ਖੇਤੀ ਹਮੇਸ਼ਾ ਹੀ ਸੰਕਟਾਂ 'ਚ ਰਹੀ ਹੈ, ਇਹ ਕੋਈ ਪਹਿਲੀ ਵਾਰ ਨਹੀਂ ਹੈ ਕਿ ਸੰਕਟ 'ਚ ਆਈ ਹੈ। ਪਰ ਇੱਥੇ ਇੱਕ ਗੱਲ ਇਹ ਮੈਂ ਤਾਂ ਕਹਿ ਰਿਹਾ ਕਿ ML ਡਾਰਲਿੰਗ ਨੇ 1925 ਦੇ ਵਿੱਚ ਕਿਤਾਬ, ਡਾਰਲਿੰਗ ਜਿਹੜਾ ਹੈ ਇਹ ਅੰਗਰੇਜ਼ ਹਕੂਮਤ ਵੇਲੇ ICS ਅਫਸਰ ਸੀ, ਕਈ ਜ਼ਿਲ੍ਹਿਆਂ 'ਚ ਇਹ ਡਿਪਟੀ ਕਮਿਸ਼ਨਰ ਰਿਹਾ ਤੇ ਉਸ ਵੇਲੇ ਇਹਨੇ ਕਿਤਾਬ ਲਿਖੀ ਸੀ ਦਾ ਪੰਜਾਬ ਪੈਜੈਂਟ ਇਨ ਪ੍ਰੋਸਪੈਰਿਟੀ ਐਂਡ ਡੈਟ। ਔਰ ਇਹ ਜਿਹੜਾ ਕਿਤਾਬ ਹੈ ਡਾਰਲਿੰਗ ਨੇ ਕੋਈ AC ਰੂਮ 'ਚ ਬੈਠ ਕੇ ਨਹੀਂ ਲਿਖੀ ਸੀ, ਸ਼ਾਇਦ ਪਤਾ ਨਹੀਂ ਉਦੋਂ AC ਹੁੰਦੇ ਵੀ ਨਾ ਹੋਣ, ਕੂਲਰ ਹੋਣੇ ਜਾਂ ਪਤਾ ਨਹੀਂ ਕੀ ਹੋਏਗਾ ਰੱਬ ਜਾਣੇ। ਪਰ ਉਹਨਾਂ ਨੇ ਕਿਸਾਨਾਂ ਦੀਆਂ ਸਾਰੀਆਂ ਦੁੱਖ ਤਕਲੀਫਾਂ, ਵਿਚਾਰਾਂ ਤੇ ਚਾਹਤਾਂ ਨੂੰ ਸਮਝਣ ਦਾ ਯਤਨ ਕੀਤਾ ਤੇ ਉਸ ਤੋਂ ਬਾਅਦ ਇਹ ਕਿਤਾਬ ਲਿਖੀ। ਅੱਜ ਵਾਂਗੂ ਨਹੀਂ ਕਿ AC ਰੂਮ 'ਚ ਬੈਠੇ ਜਿਹੜੇ ਮਾਹਰ ਨੇ ਭਾਵੇਂ ਦਿੱਲੀ ਜਾਂ ਵਰਲਡ ਬੈਂਕ ਦੇ ਕਿਤੇ ਹੋਰ, ਉਹ ਕਿਸਾਨਾਂ ਲਈ ਪਾਲਿਸੀਆਂ ਜਿਹੜੀਆਂ ਉਹ ਬਣਾਉਂਦੇ ਰਹੇ। ਦੂਜੀ ਗੱਲ ਮੈਂ ਸੰਕਟ ਬਾਰੇ ਹੋਰ ਕਹਾਂਗਾ ਕਿ ਸੰਕਟ ਦਾ ਸਮਝ ਕੀ ਕਰਨਾ ਚਾਹੀਦਾ। ਜਿਹੜਾ ਸੰਕਟ ਦੀ ਸਮਝ ਹੈ, ਹਰ ਕੋਈ ਮਾਹਰ ਆਪਣੇ ਆਪਣੇ ਤਰੀਕੇ ਤੇ ਆਪਣੀ ਆਪਣੀ ਸਮਝ ਮੁਤਾਬਕ ਇਸ ਸੰਕਟ ਨੂੰ ਸਮਝਣ ਤੇ ਹੱਲ ਕਰਨ ਲਈ ਸੁਝਾਅ ਦੇ ਰਿਹਾ। ਕਿਸਾਨ ਇਹ ਕਹਿ ਰਹੇ ਨੇ ਕਿ ਜੇ ਸਵਾਮੀਨਾਥਨ ਰਿਪੋਰਟ ਲਾਗੂ ਕਰ ਦਿੱਤੀ ਜਾਵੇ ਤਾਂ ਕਿਸਾਨੀ ਮਸਲਾ ਸੰਕਟ ਦੂਰ ਹੋ ਜਾਏਗਾ, ਜਾਂ ਇਹ ਕਹਿ ਲਓ ਕਿ ਉਹਨਾਂ ਦਾ ਕਰਜ਼ਾ ਮਾਫ ਹੋ ਜਾਏ ਤਾਂ ਕਿਸਾਨੀ ਸੰਕਟ ਦੂਰ ਹੋ ਜਾਏਗਾ। ਮੇਰਾ ਇਹਦੇ ਬਾਰੇ ਅਜੇ ਮੈਂ ਪ੍ਰਤੀਕਰਮ ਬਾਅਦ ਚ ਦਿਆਂਗਾ, ਪਰ ਮੈਂ ਇਹ ਦੱਸਣਾ ਚਾਹਾਂਗਾ ਕਿ ਜਿਹੜੇ ਨੀਤੀ ਘਾੜੇ ਨੇ ਉਹ ਵੀ ਇਸ ਕਿਸਮ ਦੇ ਸੁਝਾਅ ਦਿੰਦੇ ਨੇ ਜਿਹੜੇ ਕਿਸਾਨਾਂ ਨੂੰ ਮਨਜ਼ੂਰ ਨਹੀਂ, ਜਾਂ
ਧਰਾਤਲ ਤੇ ਜੋ ਸਥਿਤੀ ਹੈ ਉਹਦੇ ਨਾਲ ਮੇਲ ਨਹੀਂ ਖਾਂਦੇ। ਕਾਰਪੋਰੇਟ ਜਿਹੜੇ ਆ ਉਹ ਕੁਝ ਹੋਰ ਕਹਿ ਰਹੇ ਨੇ ਤੇ ਸਰਕਾਰਾਂ ਤੇ ਬੁੱਧੀਜੀਵੀ, ਅਰਥ ਵਿਗਿਆਨੀ, ਖੋਜੀ ਆਦਿ ਇਹ ਕੁਝ ਹੋਰ ਕਹਿ ਰਹੇ ਨੇ। ਵਿਸ਼ਵ ਖੇਤੀ ਬਿਜ਼ਨਸ ਵੀ ਆਪਣੀ ਜਿਹੜੀ ਹੈ ਉਹ ਤੋਰੀ ਫੁਲਕਾ ਚਲਾਉਣ ਲਈ ਜਾਂ ਵੱਡਾ ਹਿੱਸਾ ਇਹਦੇ ਵਿੱਚੋਂ ਲੈਣ ਲਈ ਇਹ ਕਰ ਰਿਹਾ ਹੈਗਾ। ਮੈਂ 1982 ਦੇ ਵਿੱਚ ਬਹੁਤ ਵੱਡਾ ਆਰਟੀਕਲ ਇੱਕ ਲਿਖਿਆ ਸੀ, ਕਿਸਾਨ ਹਰੀ ਕ੍ਰਾਂਤੀ ਤੇ ਉਸਦੇ ਆਰਥਿਕ ਸਮਾਜਿਕ ਸਿੱਟੇ, ਪੰਜਾਬੀ ਚ ਸੀਗਾ, 32 ਪੇਜ ਦਾ ਉਹ। ਇਹਦੇ ਨਾਲ ਇਹ ਜਦੋਂ ਇਹ ਆਪਣੇ ਆਪਣੇ ਤਰੀਕੇ ਨਾਲ ਸਾਰਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਇਹ, ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਦੀ ਸਮਰੱਥਾ ਨਹੀਂ ਸੀ ਜਾਂ ਉਹ ਕੀ ਕਰ ਰਹੇ ਨੇ, ਪਰ ਉਹਨਾਂ ਦੇ ਜਿਹੜੇ ਮਫਾਦ ਨੇ ਉਹ ਵੱਖਰੇ ਵੱਖਰੇ ਹੋ ਸਕਦੇ ਨੇ। ਤੀਜੀ ਗੱਲ ਜਿਹੜੀ ਮੈਂ ਕਹਿਣੀ ਆ ਕਿ ਬਹੁਤ ਸਾਰੇ ਇਹ ਜਿਹੜੇ ਮੈਂ ਨਾਂ ਲਿਆ ਪਹਿਲਾਂ, ਉਹ ਕਿਸਾਨ ਨੂੰ ਮੂਰਖ ਸਮਝ ਕੇ ਇੱਕ ਇਸ ਹਾਈਪੋਥੇਸਿਸ ਤੇ ਗੱਲ ਕਰਦੇ ਨੇ ਕਿ ਕਿਸਾਨ ਮੂਰਖ ਹੀ ਹੈ, ਜਿਹੜਾ ਕਿ ਨਹੀਂ ਹੈ। ਇਸ ਦਾ ਨਤੀਜਾ ਜਿਹੜਾ ਸਾਰੇ ਕੁਝ ਦਾ ਇਹ ਹੈ ਕਿ ਸਮਝ ਵੀ ਅੰਸ਼ਕ ਹੈ ਤੇ ਹੱਲ ਵੀ ਜਿਹੜੇ ਅੰਸ਼ਕ ਹੈ। ਕੋਈ ਕਹਿੰਦਾ ਕਿਸਾਨ ਇਸ ਸੰਕਟ ਦੇ ਜ਼ਿੰਮੇਵਾਰ ਹੈ, ਕੋਈ ਕਹਿੰਦਾ ਹਰੀ ਕ੍ਰਾਂਤੀ ਤੇ ਫਸਲੀ ਚੱਕਰ ਇਸ ਦਾ ਜ਼ਿੰਮੇਵਾਰ ਹੈ, ਕੋਈ ਕਹਿੰਦਾ ਖੇਤੀ ਤੇ ਵਸੋਂ ਦਾ ਭਾਰ ਜ਼ਿਆਦਾ ਹੈ। ਪਰ ਅਸਲ ਵਿੱਚ ਕੀ ਹੈ, ਪਰ ਮੈਂ ਸਾਰੇ ਜਿਹੜੇ ਸਾਰਾ ਕੁਝ ਸਮਾਂ ਸੀਮਾ ਨੂੰ ਧਿਆਨ ਚ ਰੱਖਦੇ ਹੋਏ ਉਪਰੋਕਤ ਮੁੱਦਿਆਂ ਬਾਰੇ ਵਿਸਥਾਰ ਨਾਲ ਨਹੀਂ ਗੱਲ ਕਰ ਸਕਾਂਗਾ, ਕਿਤੇ ਸਵਾਲ ਜਵਾਬ ਚ ਆਪਾਂ ਦੇਖ ਲਵਾਂਗੇ। ਵੈਸੇ ਇੱਕ ਅਜਿਹਾ ਮੁੱਦਾ ਹੈ ਜਿਸ ਉੱਪਰ ਇਹ ਇੱਕ ਅਜਿਹਾ ਮੁੱਦਾ ਜਿਸ ਤੇ ਘੰਟਿਆਂ ਬੱਧੀ ਗੱਲ ਕੀਤੀ ਜਾ ਸਕਦੀ ਹੈ, ਪਰ ਮੈਂ ਇੱਥੇ ਕੋਈ ਸਵਾਲ ਜ਼ਰੂਰ ਖੜੇ ਕਰਨੇ ਚਾਹਾਂਗਾ। ਇਹ ਉਹਨਾਂ ਸਵਾਲਾਂ ਦਾ ਜਵਾਬ ਭਾਵੇਂ ਅੱਜ ਨਾ ਮਿਲੇ, ਕੱਲ ਨਾ ਮਿਲੇ, ਮੇਰੇ ਕੋਲ ਨਾ ਹੋਵੇ, ਹੋਰ ਵੀ ਕਈ ਐਕਸਪਰਟਸ ਕੋਲ ਨਾ ਹੋਵੇ, ਪਰ ਮੈਨੂੰ ਲੱਗਦਾ ਕਿ ਖੇਤੀ ਖੇਤਰ ਨੂੰ ਸਮਝਣ ਤੇ ਹੱਲ ਕਰਨ ਲਈ ਇਹ ਸਵਾਲ ਜਿਹੜੇ ਨੇ ਬੜਾ ਜ਼ਰੂਰੀ ਹੈ। ਇਹ ਮੈਂ ਦੋ ਕਾਰਨਾਂ ਕਰਕੇ ਕਹਿ ਰਿਹਾ ਕਿ ਇੱਕ ਤਾਂ ਸਮਾਂ ਸੀਮਾ ਹੈ ਤੇ ਦੂਜੀ ਮੇਰੀ ਆਪਣੀ ਸਮਰੱਥਾ ਤੇ ਸਮਝ ਵੀ ਸ਼ਾਇਦ ਉਨੀ ਵੱਡੀ ਨਹੀਂ ਕਿ ਮੈਂ ਇਹ ਸਾਰੇ ਸਵਾਲਾਂ ਦਾ ਜਵਾਬ ਜਿਹੜਾ ਉਹ ਦੇ ਚੁੱਕਾ। ਸਵਾਲ ਜਿਹੜੇ ਨੇ ਉਹ ਕੁਝ ਇਸ ਤਰ੍ਹਾਂ ਨੇ। ਅਸਲ ਵਿੱਚ ਖੇਤੀ ਅਤੇ ਕਿਸਾਨੀ ਸੰਕਟ ਹੈ ਕੀ, ਇਹ ਮੈਨੂੰ ਜਾਪਦਾ ਇੱਕ ਬੜਾ ਵੱਡਾ ਮੁੱਦਾ ਹੈ ਤੇ ਇਸ ਨੂੰ ਅੰਸ਼ਕ ਰੂਪ ਚ ਨਾ ਸਮਝਿਆ ਜਾ ਸਕਦਾ, ਨਾ ਬਿਆਨ ਕੀਤਾ ਜਾ ਸਕਦਾ, ਨਾ ਇਹਦਾ ਹੱਲ ਕੀਤਾ। ਹੁਣ ਤੱਕ ਮੇਰੀ ਸਮਝ ਮੁਤਾਬਕ ਇਹਨੂੰ ਅੰਸ਼ਕ ਰੂਪ ਚ ਜਾਂ ਵੱਖ-ਵੱਖ ਧਿਰਾਂ ਆਪਣੇ ਤਰੀਕੇ ਨਾਲ ਸਮਝਾਉਣ ਦਾ ਯਤਨ ਕਰ ਰਹੀਆਂ ਨੇ। ਦੂਜਾ ਸਵਾਲ ਇਹ ਹੈ ਕਿ ਕੀ ਹਰੀ ਕ੍ਰਾਂਤੀ ਦੀ ਦੇਣ ਹੈ। ਤੀਜਾ ਹੈ ਕਿ ਕੀ ਖੇਤੀ ਤੇ ਕਿਸਾਨੀ ਸੰਕਟ ਕਿਸਾਨਾਂ ਦੀ ਆਪਣੀ ਉਪਜ ਹੈ ਜਾਂ ਸਮੁੱਚੀ ਆਰਥਿਕ ਪ੍ਰਣਾਲੀ ਦੀ ਦੇਣ ਹੈ। ਇਹ ਮੇਰੇ ਖਿਆਲ ਚ ਸਮੁੱਚੀ ਆਰਥਿਕ ਪ੍ਰਣਾਲੀ ਦੇ ਸੰਦਰਭ ਚ ਰੱਖ ਕੇ ਇਹ ਸੰਕਟ ਵੇਖਣ ਦੀ ਲੋੜ ਹੈ, ਕਿਉਂਕਿ ਜਿਹੜਾ ਅੱਜ ਸੰਕਟ ਹੈ ਇਹ ਓਵਰ ਦਾ ਪੀਰੀਅਡ ਆਫ ਟਾਈਮ ਬਣਿਆ, ਇੱਕ ਦਿਨ ਚ ਨਹੀਂ ਬਣਿਆ, ਤੇ ਜਿਹੜੀਆਂ ਨੀਤੀਆਂ ਹੁਣ ਤੱਕ ਰਹੀਆਂ ਉਹਨਾਂ ਦਾ ਵੀ ਕਾਫੀ ਵੱਡਾ ਇਹਦੇ ਵਿੱਚ ਰੋਲ ਹੈ। ਅਗਲਾ ਸਵਾਲ ਇਹ ਬਣਦਾ ਕਿ ਕੀ ਘੱਟੋ ਘੱਟ ਸਮਰਥਨ ਮੁੱਲ MSP ਨਾ ਮਿਲਣ ਕਾਰਨ ਖੇਤੀ ਸੰਕਟ ਹੈ, ਜਾਂ ਇੱਕ ਹੋਰ ਸਵਾਲ ਇਹਦੇ ਨਾਲ ਜੁੜਿਆ ਹੈ ਕਿ ਕੀ ਸਵਾਮੀਨਾਥਨ MSP ਨਾ ਮਿਲਣ ਕਰਕੇ ਇਹ ਸੰਕਟ ਹੈ, ਜਾਂ ਜਦੋਂ ਕਿ ਇਸ ਤੇ ਸਿਆਸਤ ਵੀ ਹੋ ਰਹੀ ਹੈ ਸਵਾਮੀਨਾਥਨ ਤੇ ਜਦੋਜਹਿਦ ਵੀ ਹੋ ਰਹੀ, ਕਿਸਾਨ ਜਦੋਜਹਿਦ ਵੀ ਕਰ ਰਹੇ ਆ, ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਸਿਆਸਤ ਵੀ ਇਸ ਤੇ ਕਰ ਰਹੀਆਂ ਨੇ। ਕਿਉਂਕਿ ਇਹ ਜਿਹੜਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ 2004 ਤੋਂ 6 ਵਿੱਚ ਜਦੋਂ ਆਈ ਹੈ, ਉਦੋਂ UPA ਸਰਕਾਰ ਸੀ, ਨਾ ਤਾਂ ਉਹਨਾਂ ਨੇ ਇਸ ਨੂੰ ਆਪਣੇ ਪਾਰਲੀਮੈਂਟ 'ਚ ਰੱਖਿਆ ਤੇ ਨਾ ਉਸ ਤੋਂ ਬਾਅਦ ਜਿਹੜੀ NDA ਦੀ ਸਰਕਾਰ ਬਣੀ ਉਹਨੇ ਇਸ ਨੂੰ ਪਾਰਲੀਮੈਂਟ 'ਚ ਰੱਖਿਆ। ਸੋ ਇਸ ਕਰਕੇ ਮੈਂ ਇਹ ਸਮਝਦਾ ਕਿ MSP ਸਵਾਮੀਨਾਥਨ ਬਾਰੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਸੰਜੀਦਾ ਨਹੀਂ ਹਨ, ਤੇ ਇਸ ਜਿਹੜੀ ਮੌਜੂਦਾ ਗਵਰਨਮੈਂਟ ਨੇ ਇੱਕ ਲੋਲੀਪੌਪ ਦਿੱਤਾ ਹੈ A2+FL C2+50% ਦੀ ਬਜਾਏ A2+FL+50% ਦੇ ਕੇ ਉਹ ਇੱਕ ਉਹਨਾਂ ਨੂੰ ਕਿਸਾਨਾਂ ਨੂੰ ਰੁਝਾਉਣ ਦੀ ਕੋਸ਼ਿਸ਼ ਕੀਤੀ ਹੈ। ਅਗਲਾ ਸਵਾਲ ਜਿਹੜਾ ਇਹ ਬਣਦਾ ਹੈ ਕਿ ਕੀ ਕਿਸਾਨੀ ਸੰਕਟ ਫਸਲੀ ਵਿਭਿੰਨਤਾ ਨਾਲ ਹੱਲ ਹੋ ਜਾਏਗਾ? ਕੁਝ ਮਾਹਰ ਵੀ ਕਹਿੰਦੇ, ਕੁਝ ਸਰਕਾਰਾਂ ਵੀ ਕਹਿੰਦੇ, ਵਰਲਡ ਬੈਂਕ ਵੀ ਇਹ ਕਹਿੰਦੇ, ਕੇਂਦਰੀ ਸਰਕਾਰ ਵੀ ਇਹ ਕਹਿੰਦੀ ਹੈ। ਅਗਲਾ ਸਵਾਲ ਇਹ ਹੈ ਕਿ ਕੀ ਕਿਸਾਨੀ ਸੰਕਟ ਸਹਾਇਕ ਧੰਦਿਆਂ ਨੂੰ ਅਪਣਾਉਣ ਨਾਲ ਹੱਲ ਹੋ ਜਾਏਗਾ? ਇਹ ਬਹੁਤ ਸਾਰੇ ਮਾਹਰ, ਖੇਤੀ ਮਾਹਰ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਹਿ ਰਹੀਆਂ ਕਿ ਸਹਾਇਕ ਧੰਦੇ ਅਪਣਾਓ। ਅਗਲਾ ਸਵਾਲ ਇਹ ਹੈ ਕਿ ਕੀ ਤਕਨੀਕ ਤੇ ਬਾਇਓਟੈਕਨੋਲੋਜੀ ਇਹਦਾ ਹੱਲ ਲੱਭ ਸਕਦੀਆਂ ਨੇ? ਇਹ ਸਾਰੇ ਸਵਾਲ ਇੱਕ ਦੂਜੇ ਨਾਲ ਜੁੜੇ ਨੇ। ਇੱਕ ਸਵਾਲ ਇਹ ਵੀ ਹੈ ਕਿ ਕਿਸਾਨੀ ਸੰਕਟ ਮੁਫਤ ਬਿਜਲੀ ਨਾਲ ਹੱਲ ਹੋ ਜਾਵੇਗਾ? ਜੇ ਹੋ ਰਿਹਾ ਹੁੰਦਾ ਤਾਂ 1997 ਵਿੱਚ ਜਦੋਂ ਪਹਿਲੀ ਵਾਰ ਬਿਜਲੀ ਮੁਫਤ ਸ਼ੁਰੂ ਕੀਤੀ ਤੇ ਮੁੜ ਕੇ 2002 ਤੋਂ ਲਗਾਤਾਰ ਆ ਰਹੀ ਹੈ, ਇਹ ਹੱਲ ਹੋ ਜਾਣਾ ਚਾਹੀਦਾ ਸੀਗਾ।
ਇਹ ਵਧਿਆ ਹੈ, ਘਟਿਆ ਨਹੀਂ, ਕਿਉਂਕਿ 2000 ਤੋਂ ਬਾਅਦ ਹੀ ਕਿਸਾਨਾਂ ਨੇ ਜਿਹੜੇ ਖੁਦਕੁਸ਼ੀਆਂ ਜ਼ਿਆਦਾ ਕੀਤੀਆਂ ਨੇ। ਅਗਲਾ ਸਵਾਲ ਮੇਰੇ ਮੁਤਾਬਕ ਜਿਹੜਾ ਸੋਚਣ ਦੀ ਗੱਲ ਹੈ ਕਿ ਕਿਸਾਨੀ ਤੇ ਖੇਤੀ ਸੰਕਟ ਜੈਵਿਕ ਖੇਤੀ ਕਰਨ ਨਾਲ ਹੱਲ ਹੋ ਜਾਏਗਾ। ਕੁਝ ਦੋਸਤ, ਕੁਝ ਵਿਗਿਆਨੀ, ਕੁਝ ਮਾਹਰ, ਕੁਝ ਜਿਹੜੇ ਵਾਤਾਵਰਣ ਪ੍ਰੇਮੀ ਆ ਉਹ ਕਹਿ ਰਹੇ ਨੇ, ਜਾਂ ਕਿਸੇ ਪ੍ਰੇਮੀ ਕਿ ਇਹ ਜੈਵਿਕ ਖੇਤੀ ਨਾਲ ਹੱਲ ਹੋ ਜਾਂਦਾ ਹੈ। ਅਗਲਾ ਸਵਾਲ ਬਣਦਾ ਹੈ ਕਿ ਕੀ ਕਿਸਾਨੀ ਸੰਕਟ ਖੇਤੀ ਵਿੱਚ ਲੋੜ ਤੋਂ ਜ਼ਿਆਦਾ ਕੰਮ ਹੈ, ਮਤਲਬ ਕਿਸਾਨ ਤੇ ਕਿਰਤੀ ਲੱਗੇ ਹੋਣ ਕਰਕੇ ਹੋ ਰਿਹਾ, ਤੇ ਜੋ ਕਿਸਾਨ ਤੇ ਕਿਰਤੀ ਖੇਤੀ ਚੋਂ ਹਟਾ ਲਏ ਜਾਣ ਕਿਉਂਕਿ ਡਿਸਗਾਈਜ਼ਡ ਅਨਐਮਪਲੋਇਮੈਂਟ ਖੇਤੀ 'ਚ ਜਿੰਨਾ ਚਾਹੀਦਾ ਉਸ ਤੋਂ ਜ਼ਿਆਦਾ ਹੈ, ਕੀ ਉਹਦੇ ਨਾਲ ਹੱਲ ਹੋ ਜਾਊਗਾ? ਅਗਲਾ ਸਵਾਲ ਇੱਕ ਹੋਰ ਬਣਦਾ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਖੇਤਰ ਨਾਲ ਸੰਬੰਧਿਤ 3 ਆਰਡੀਨੈਂਸ ਜਿਹੜੇ ਜਾਰੀ ਕੀਤੇ ਹੈ, ਕਿ ਉਹ ਕਿਸਾਨੀ ਸੰਕਟ ਦਾ ਹੱਲ ਕਰਨਗੇ? ਮੇਰੇ ਖਿਆਲ 'ਚ ਸਰਕਾਰ ਨੇ ਇਹ ਜਿਹੜੇ ਆਰਡੀਨੈਂਸ ਜਾਰੀ ਕੀਤੇ ਨੇ, ਇਹ ਕਿਸਾਨਾਂ ਦੇ ਨਾਂ ਤੇ ਕਿਸਾਨਾਂ ਨੂੰ ਇਹ ਸ਼ੋਅ ਕੀਤਾ ਕਿ ਤੁਹਾਡੇ ਹਿੱਤ ਵਿੱਚ ਨੇ, ਪਰ ਕਿਸੇ ਵੀ ਜਿਹੜਾ ਲੋਕ ਪੱਖੀ ਮਾਹਰ ਹੈ ਉਹ ਜਾਂ ਕਿਸਾਨ ਹੈ ਇਸ ਨੂੰ ਉਹਨਾਂ ਨੇ ਮੰਨਿਆ ਨਹੀਂ। ਕਿਸਾਨ ਨਿਤ ਦਿਨ ਸੜਕਾਂ ਤੇ ਸਟਰਗਲ ਕਰ ਰਹੇ ਨੇ, ਤੇ ਮੈਂ ਵੀ ਤੇ ਮੇਰੇ ਸਮੇਤ ਹੋਰ ਕਈ ਮਾਹਿਰਾਂ ਨੇ ਇਹ ਜੂਨ ਦੇ ਵਿੱਚ ਕਈ ਆਰਟੀਕਲ ਅਖਬਾਰਾਂ 'ਚ ਲਿਖੇ ਸਨ ਕਿ ਇਹ ਜਿਹੜਾ ਕਿਸ ਕਿਸਮ ਨੂੰ ਕਾਰਪੋਰੇਟ ਖੇਤੀ ਨੂੰ ਮਦਦ ਕਰਨ ਲਈ ਹੈ, ਕਿਸਾਨਾਂ ਦੀ ਮਦਦ ਕਰਨ ਲਈ ਨਹੀਂ ਹੈ। ਇੱਕ ਹੋਰ ਸਵਾਲ ਬਣਦਾ ਹੈ ਕਿ ਹੁਣੇ ਜੇ 2-4 ਦਿਨ ਪਹਿਲਾਂ ਡਾਕਟਰ ਮਨਟੇਕ ਸਿੰਘ ਆਹਲੂਵਾਲੀਆ ਨੇ ਪੰਜਾਬ ਸਰਕਾਰ ਨੂੰ ਕਮੇਟੀ ਨੇ ਪੰਜਾਬ ਸਰਕਾਰ ਨੂੰ ਇੱਕ ਰਿਪੋਰਟ ਸੌਂਪੀ ਹੈ ਕਿ ਕੀ ਉਹ ਰਿਪੋਰਟ ਕਿਸਾਨੀ ਨੂੰ ਸੰਕਟ ਨੂੰ ਹੱਲ ਕਰ ਸਕੇਗੀ? ਮੇਰਾ ਜਵਾਬ ਇਹਦੇ ਵਿੱਚ ਨਹੀਂ ਹੈ, ਕਿਉਂਕਿ ਇਹ ਜਿਹੜੇ ਸਾਰੀ ਕਮੇਟੀ ਤੇ ਕਮੇਟੀ ਨੂੰ ਲੀਡ ਕਰਨ ਵਾਲੇ ਆ, ਇਹਨਾਂ ਦੀ ਟ੍ਰੇਨਿੰਗ ਤੇ ਸੋਚ ਵਰਲਡ ਬੈਂਕ ਤੇ ਕਾਰਪੋਰੇਟ ਨਾਲ ਮਿਲਦੀ ਹੈ। ਕਿਸਾਨੀ ਜਾਂ ਪੰਜਾਬ ਦੀਆਂ ਜਿਹੜੀਆਂ ਧਰਾਤਲ ਦੀਆਂ ਰਿਐਲਿਟੀਜ਼ ਨੇ ਉਹਨਾਂ ਨਾਲ ਇਹਨਾਂ ਦਾ ਕੋਈ ਸਰੋਕਾਰ ਜਿਹੜਾ ਹੈ ਉਹ ਨਹੀਂ ਹੈ। ਕੁਝ ਵਿਗਿਆਨੀ, ਅਰਥ ਵਿਗਿਆਨੀ ਇਹ ਵੀ ਕਹਿੰਦੇ ਨੇ ਕਿ ਕੰਟਰੈਕਟ ਖੇਤੀ ਜਿਹੜੀ ਹੈ ਉਹ ਹੱਲ ਕਰ ਸਕਦੀ। ਮੈਂ ਇਹ ਤਾਂ ਦੱਸਣਾ ਚਾਹਾਂਗਾ ਆਪਣੇ ਦੋਸਤਾਂ ਨੂੰ ਕਿ ਇਹ ਜਿਹੜੀ ਕੰਟਰੈਕਟ ਖੇਤੀ ਦਾ ਵਿਸ਼ਾ ਹੈ ਇਹ ਵੀ ਉਹਨਾਂ 3 ਆਰਡੀਨੈਂਸ ਦੇ ਵਿੱਚੋਂ ਜੁੜਿਆ ਹੋਇਆ ਹੈ। ਕੁਝ ਸਹਿਕਾਰੀ ਖੇਤੀ ਬਾਰੇ ਵਗੈਰਾ ਵਗੈਰਾ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਸਵਾਲ ਹੈ ਉਹ ਆਉਂਦੇ ਨੇ, ਤੇ ਜੇ ਬੜੀ ਸਵਾਲ ਜਿਨ੍ਹਾਂ ਦੇ ਨਿਰਪੱਖ ਤੇ ਗੈਰ ਜਜ਼ਬਾਤੀ ਤਰੀਕੇ ਨਾਲ ਵਾਸਤਵਿਕ ਜਵਾਬ ਲੱਭਣ ਦੀ ਲੋੜ ਹੈ। ਮੈਨੂੰ ਲੱਗਦਾ ਕਿ ਇਹ ਜਿਹੜੇ ਸਵਾਲ ਨੇ, ਹੋ ਸਕਦਾ ਇਹ ਸਵਾਲਾਂ ਦੀ ਲੜੀ 'ਚ ਹੋਰ ਸਵਾਲ ਵੀ ਜੁੜ ਸਕਦੇ ਹੋਣ। ਇੱਥੇ ਪੋਲੀਟੀਕਲ ਐਕਟਿਵਿਸਟ ਵੀ ਇਸ ਵਿੱਚ SL ਵਿਰਦੀ ਜੀ ਬੈਠੇ ਨੇ, ਹੋਰ ਦੋਸਤ ਬੈਠੇ ਨੇ, ਉਹ ਇਹ ਸੋਚ ਰਹੇ ਹੋਣਗੇ ਕਿ ਕੀ ਇਹ ਪ੍ਰੋਫੈਸਰ ਸਵਾਲ ਹੀ ਖੜੇ ਕਰੀ ਜਾ ਰਿਹਾ। ਮੈਨੂੰ ਲੱਗਦਾ ਹੈ ਕਿ ਇਹ ਸਵਾਲ ਜਿਹੜੇ ਆ ਇਹਨਾਂ ਦਾ ਜਵਾਬ ਲੱਭਣਾ, ਸਾਰਥਕ ਰੂਪ ਵਿੱਚ ਜਵਾਬ ਲੱਭਣਾ ਤੇ ਇੱਕ ਕੋਈ ਸਮਝ ਬਣਾਉਣੀ ਬਹੁਤ ਜ਼ਰੂਰੀ ਹੈ। ਜੇ ਇਹ ਸਵਾਲ ਜਾਂ ਕੋਈ ਦੋਸਤਾਂ ਦੇ ਮਨ 'ਚ ਹੋਰ ਵੀ ਸਵਾਲ ਹੋਣ, ਜਿੰਨਾ ਚਿਰ ਤੱਕ ਇਹਨਾਂ ਸਵਾਲਾਂ ਦਾ ਜਵਾਬ ਨਹੀਂ ਲੱਭਿਆ ਜਾਂਦਾ ਇਹ ਹੱਲ ਜਿਹੜਾ ਸੰਭਵ ਨਹੀਂ। ਮੇਰੇ ਖਿਆਲ ਵਿੱਚ ਇਹਨਾਂ ਸਾਰੇ ਤੇ ਹੋਰ ਬਹੁਤ ਸਾਰੇ ਸਵਾਲਾਂ ਦੇ ਉੱਤਰ ਲੱਭਣ ਤੋਂ ਬਾਅਦ ਹੀ ਕਿਸਾਨੀ ਦਾ ਸੰਕਟ ਦਾ ਕੋਈ ਸਾਰਥਕ ਹੱਲ ਹੋ ਸਕਦਾ ਹੈ। ਤੇ ਮੇਰੀ ਸਮਝ ਇਹ ਹੈ ਕਿ ਖੇਤੀ ਤੇ ਕਿਸਾਨੀ ਸੰਕਟ ਨਾ ਤਾਂ ਇਕੱਲੇ ਖੇਤੀ ਖੇਤਰ ਦੀ ਦੇਣ ਹੈ ਤੇ ਨਾ ਹੀ ਇਕੱਲੇ ਖੇਤੀ ਖੇਤਰ ਵਿੱਚ ਇਸ ਦੇ ਗੰਭੀਰ ਸੰਕਟ ਦਾ ਹੱਲ ਹੈ। ਮੈਂ 2015 ਚ ਵੀ ਇੱਕ EPW ਚ ਵੀ ਆਰਟੀਕਲ ਲਿਖਿਆ, ਹਿੰਦੁਸਤਾਨ ਟਾਈਮ ਚ ਵੀ ਲਿਖਿਆ ਸੀ ਕਿ ਕੀ MSP ਖੇਤੀ ਸੰਕਟ ਦਾ ਕਾਰਨ ਹੈ ਤੇ ਕੀ MSP ਨਾਲ ਖੇਤੀ ਸੰਕਟ ਹੱਲ ਹੋ ਜਾਂਦਾ। ਇਹ ਇੱਕ ਡਿਬੇਟੇਬਲ ਮਸਲਾ ਹੈ। ਮੇਰੀ ਪੋਜੀਸ਼ਨ ਹੈ ਕਿ MSP ਅਲੋਨ ਔਰ ਖੇਤੀ ਸੈਕਟਰ ਕੱਲਾ ਜਿਹੜਾ ਉਹ ਇਸ ਦਾ ਹੱਲ ਨਹੀਂ ਕੱਢ ਸਕਦੇ। ਅੱਜ ਉਹ ਗੱਲ ਉਸ ਤੋਂ ਅੱਗੇ ਨਿਕਲ ਚੁੱਕੀ ਹੈ। ਇਹ ਉਸ ਤਰ੍ਹਾਂ ਦੀ ਗੱਲ ਹੈ ਜੇ ਕਹੀਏ ਕਿ ਡੁੱਬੀ ਤਾਂ ਜੇ ਸਾਹ ਨਾ ਆਇਆ। ਕਦੇ ਕਦੇ ਤਾਂ ਇੰਜ ਵੀ ਲੱਗਦਾ ਹੈ ਕਿ ਸਾਰੀਆਂ ਧਿਰਾਂ ਖੇਤੀ ਅਤੇ ਕਿਸਾਨੀ ਸੰਕਟ ਦੇ ਅੰਸ਼ਕ ਕਾਰਨ ਤੇ ਅੰਸ਼ਕ ਹੱਲ ਦੱਸ ਰਹੇ ਹਨ। ਮੈਂ ਉਹਨਾਂ ਦੀ ਜਿਹੜਾ ਸੁਹਿਰਦਤਾ ਤੇ ਸੋਚ ਤੇ ਸਿਆਣਪ ਤੇ ਕੋਈ ਸ਼ੱਕ ਨਹੀਂ ਕਰਦਾ, ਪਰ ਸ਼ੱਕ ਕਰਨ ਤੋਂ ਰਹਿ ਵੀ ਨਹੀਂ ਸਕਦਾ ਕਿਉਂਕਿ ਮੇਰਾ ਵੀ ਇਸ ਨਾਲ ਲੰਬਾ ਤਜਰਬਾ ਹੈ। ਕੁਝ ਤਰ੍ਹਾਂ ਤਾਂ ਆਪਣੇ ਆਪਣੇ ਮੁਫਾਦਾਂ ਨੂੰ ਪੂਰਾ ਕਰਨ ਲਈ ਤੇ ਆਪਣੇ ਜਿਹੜੇ ਆਕਾ ਨੇ ਉਹਨਾਂ ਨੂੰ ਖੁਸ਼ ਕਰਨ ਲਈ, ਫਾਇਦਾ ਪਹੁੰਚਾਉਣ ਲਈ ਸੁਝਾਅ ਦੇ ਰਹੇ ਹਨ। ਇਹਨਾਂ ਦੀ ਮਤਲਬ ਇੱਕ ਹਰੀ ਕ੍ਰਾਂਤੀ ਉਹ ਹੈ ਜਿਹਦੇ ਵਿੱਚ ਇਹ ਸ਼ੋਅ ਕੀਤਾ ਗਿਆ ਸੀ ਕਿ ਪੰਜਾਬ ਦੇ ਕਿਸਾਨ ਲਈ ਇਹ ਵਰਦਾਨ ਹੈ। ਪਰ ਅੱਜ ਤੇ ਖਾਸ ਕਰਕੇ 1990 ਤੋਂ ਬਾਅਦ ਇਹ ਜਿਹੜਾ ਹਰੀ ਕ੍ਰਾਂਤੀ ਦਾ ਰੰਗ ਜਦੋਂ ਫਿੱਕਾ ਪੈਣਾ ਸ਼ੁਰੂ ਹੋ ਗਿਆ ਤੇ ਅੱਜ ਜਿਹੜਾ ਹਰੀ ਕ੍ਰਾਂਤੀ ਹੀ ਪੰਜਾਬ ਦੀ ਕਿਸਾਨੀ ਦਾ ਸੰਕਟ ਬਣ ਰਹੀ ਹੈ ਤੇ ਇੱਕ ਸ਼ਰਾਪ ਵੀ ਬਣ ਰਹੀ ਹੈ। ਇਹ ਅੱਜ ਜਦੋਂ
ਇਹ ਪਾਣੀ ਮੁੱਕ ਗਿਆ ਜਾਂ ਹੋਰ ਪ੍ਰੋਬਲਮਸ ਆ ਗਈਆਂ ਤੇ ਕੇਂਦਰ ਸਰਕਾਰ ਵੀ ਜਾਂ ਹੋਰ ਜਿਹੜੇ ਸਟੇਕ ਹੋਲਡਰ ਨੇ ਉਹ ਪੰਜਾਬ ਦਾ ਕੋਈ ਬਾਂਹ ਨਹੀਂ ਫੜ ਰਹੇ। ਦੂਜੀ ਐਗਜ਼ਾਮਪਲ ਹੈ 3 ਆਰਡੀਨੈਂਸ, ਉਹ ਵੀ ਜਿਹੜਾ ਉਹ ਮੈਂ ਜੋ ਕਹਿ ਰਿਹਾ ਕਿ ਆਪਣੇ ਆਪਣੇ ਕੰਸਟੀਚੁਐਂਸੀ ਨੂੰ ਧਿਰਾਂ ਨੂੰ ਦੇ ਰਹੇ ਨੇ। ਤੀਜਾ ਹੈ ਕਿ ਸਰਕਾਰ ਤੇ ਸਰਕਾਰਾਂ, ਖੇਤੀ ਵਿਗਿਆਨੀ, ਕੁਝ ਕੁ ਨੂੰ ਛੱਡ ਕੇ ਰਾਜਨੀਤਿਕ ਪਾਰਟੀਆਂ ਵੀ ਸਿਰਫ ਵੋਟਾਂ ਤੇ ਸੱਤਾ ਹਾਸਲ ਕਰਨ ਲਈ ਜਿਹੜੀ ਹੈ ਉਹ ਇਹ ਆਪਣਾ ਜਿਹੜਾ ਸਾਰਾ ਕੁਝ ਇਸ ਤੇ ਸਿਆਸਤ ਕਰ ਰਹੀਆਂ ਨੇ। ਇਹ ਵੀ ਸਮਝਣ ਦੀ ਲੋੜ ਹੈ ਕਿ ਪੰਜਾਬ ਦੀ ਸਮੁੱਚੀ ਆਰਥਿਕਤਾ ਨਾ ਕੇਵਲ ਕੋਵਿਡ ਕਰਕੇ ਸਗੋਂ ਦਹਾਕਿਆਂ ਤੋਂ ਉਚਾਈ ਖੜੀ ਹੈ ਅਤੇ ਇੱਕ ਅਜਿਹੀ ਦਲਦਲ 'ਚ ਧੱਸਦੀ ਜਾ ਰਹੀ ਹੈ ਜਿਸ ਵਿੱਚੋਂ ਬਾਹਰ ਨਿਕਲਣ ਦਾ ਯਤਨ ਜਿਹੜਾ ਉਹ ਨਹੀਂ ਹੋ ਰਿਹਾ, ਨਾ ਕੀਤਾ ਜਾ ਰਿਹਾ, ਨਾ ਕੋਸ਼ਿਸ਼ ਕੀਤੀ ਜਾ ਰਹੀ ਹੈ, ਨਾ ਪੋਲੀਟੀਕਲ ਵਿਲ ਹੈ। ਵਾਲੀਆ ਸਾਹਿਬ ਵੀ ਕਈ ਵਾਰੀ ਇਸ ਬਾਰੇ ਗੱਲ ਕਰਦੇ ਰਹਿੰਦੇ ਨੇ ਤੇ ਮੈਂ ਦੇਖ ਰਿਹਾ ਕਿ 1992 ਤੋਂ ਵਿਕਾਸ ਦਰ ਜਿਹੜੀ ਹੈ ਪੰਜਾਬ ਦੀ ਉਹ ਹਿੰਦੁਸਤਾਨ ਦੀ ਔਸਤ ਦਰ ਨਾਲੋਂ ਵੀ ਘਟ ਰਹੀ ਹੈ। ਦੇਖ ਲਓ ਤੁਸੀਂ 1992 ਤੋਂ ਹੁਣ ਤੱਕ ਕਿੰਨੇ 28 ਸਾਲ ਹੋ ਗਏ ਨੇ। ਔਰ ਖੇਤੀ ਦਾ ਜਿਹੜੀ ਆਪਾਂ ਬੜੀ ਚੱਕੀ ਫਿਰਦੇ ਹਾਂ ਖੇਤੀ ਨੂੰ, ਕਿ ਖੇਤੀ ਦਾ ਵਿਕਾਸ ਦਰ ਵੀ ਜਿਹੜੀ ਹੈ ਉਹ ਬਹੁਤ ਸਾਰੀਆਂ ਸਟੇਟਾਂ ਤੋਂ ਘਟ ਰਹੀ ਹੈ। ਤੇ ਅੱਜ ਇੱਕ ਗੱਲ ਮੈਂ ਹੋਰ ਜ਼ਰੂਰ ਕਹਿਣੀ ਚਾਹਾਂਗਾ ਕਿ ਇਹ ਸਮਝੇ ਦੇ ਹਿੱਸਾ ਬਣਾਉਣ ਦੀ ਲੋੜ ਹੈ ਕਿ ਅੱਜ ਪੰਜਾਬ ਨਾ ਤਾਂ ਖੇਤੀ ਪ੍ਰਧਾਨ ਸੂਬਾ ਰਿਹਾ ਹੈ, ਨਾ ਇਹਦੇ ਵਿੱਚ ਵਸੋਂ ਜਿਹੜੀ ਕਿਰਤ ਹੈ ਉਹ 26% ਹੈ ਤੇ ਜਿਹੜਾ ਤੁਹਾਡਾ ਜਿਹੜਾ ਹਿੱਸਾ ਹੈ ਆਮਦਨ ਚ ਸਟੇਟ ਦੀ ਉਹ ਵੀ 26% ਹੈ। ਸੋ 50% ਤੋਂ ਬਹੁਤ ਥੱਲੇ ਹੈ। ਸੋ ਮੈਨੂੰ ਲੱਗਦਾ ਕਿ ਇਸ ਬਾਰੇ ਵੀ ਦੁਬਾਰਾ ਸੋਚ ਤੇ ਸਮਝ ਬਣਾਉਣ ਦੀ ਲੋੜ ਹੈ। ਸੋ ਇਹ ਸਾਰੇ ਕੁਝ ਦੇ ਮੇਰੇ ਕੋਲ ਅੱਜ ਵੀ ਕੋਈ ਇਹਦਾ ਕੋਈ ਸੰਕਟ ਦਾ ਸਮੁੱਚਾ ਕਾਰਨ ਤੇ ਠੋਸ ਹੱਲ ਨਹੀਂ ਹਾਂ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਕਿ ਪੰਜਾਬ ਦੀ ਆਰਥਿਕਤਾ ਤੇ ਖੇਤੀ ਖੇਤਰ ਅਤੇ ਕਿਸਾਨੀ ਦੇ ਸੰਕਟ ਨੂੰ ਪੰਜਾਬ ਦੀ ਧਰਤੀ ਤੇ ਬੈਠੇ ਅਤੇ ਪੰਜਾਬ ਅਤੇ ਕਿਸਾਨੀ ਦੇ ਹਿੱਤਾਂ ਨੂੰ ਪਰਨਾਏ ਬੁੱਧੀਜੀਵੀਆਂ, ਖੇਤੀ ਵਿਗਿਆਨੀਆਂ, ਆਰਥਿਕ ਤੇ ਸਮਾਜਿਕ ਮਾਹਿਰਾਂ ਅਤੇ ਕਿਸਾਨਾਂ ਦੇ ਨੁਮਾਇੰਦਿਆਂ ਦੀ ਇੱਕ ਉੱਚ ਪੱਧਰੀ ਕਮੇਟੀ ਬਣਾਈ ਜਾਵੇ। ਭਾਵੇਂ ਉੱਚ ਪੱਧਰੀ ਕਮੇਟੀ ਸਰਕਾਰ ਬਣਾਵੇ ਤੇ ਭਾਵੇਂ ਕਿਸਾਨ ਜਥੇਬੰਦੀਆਂ ਜਿਹੜੀਆਂ ਬਹੁਤ ਵੰਡੀਆਂ ਹੋਈਆਂ ਨੇ ਉਹ ਆਪਣੇ ਆਪਣੇ ਨਿੱਕੇ ਨਿੱਕੇ ਮਫਾਦਾਂ ਤੋਂ ਤੇ ਸੌੜੇ ਸੋਚ ਤੋਂ ਬਾਹਰ ਆ ਕੇ ਇਹ ਕੰਮ ਕਰਨ ਤੇ ਤਾਂ ਈਵਨ ਪੋਲੀਟੀਕਲ ਪਾਰਟੀਆਂ ਵੀ ਇਹ ਔਰ ਉਹ ਜਿਹੜੀ ਕਮੇਟੀ ਹੈ ਉਹ ਲਗਾਤਾਰ ਟਾਈਮ ਬਾਉਂਡ ਤਰੀਕੇ ਨਾਲ ਇੱਕ ਮੰਥਨ ਕਰਕੇ ਸੰਕਟ ਦੀ ਨਿਸ਼ਾਨਦੇਹੀ ਕਰੇ ਤੇ ਉਸ ਤੋਂ ਬਾਅਦ ਪੰਜਾਬ ਦੀਆਂ ਜਿਹੜੀਆਂ ਸਰਕਾਰਾਂ ਹਰ ਸਮੱਸਿਆ ਦੇ ਹੱਲ ਲਈ ਇੱਕ ਮੈਂ ਹੋਰ ਕਹਿਣਾ ਚਾਹਾਂਗਾ ਕਿ ਇਹ ਬੜਾ ਅਜੀਬ ਇੱਕ ਚੱਲ ਰਿਹਾ। ਪੰਜਾਬ ਦੀਆਂ ਜਿਹੜੇ ਸਰਕਾਰਾਂ ਨੇ ਉਹਨਾਂ ਨੂੰ ਲੱਗਦਾ ਕਿ ਇੱਥੇ ਜਿਹੜੇ ਮਾਹਰ ਤੇ ਵਿਗਿਆਨੀ ਜਾਂ ਹੋਰ ਪੰਜਾਬ ਵਿੱਚ ਐਸੀ ਬੈਠੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ। ਇਹ ਇੱਥੋਂ ਤੱਕ ਕਿ ਜੇ ਬਿਜਲੀ ਦੀਆਂ ਮੋਟਰਾਂ ਦੇ ਕਿੰਨੀ ਬਿਜਲੀ ਬਲਦੀ ਹੈ ਔਰ ਉਸ ਨੂੰ ਕਿੰਨਾ ਉਹ ਕਰਨਾ ਤੇ ਅਮਰੀਕਾ ਦੀ ਇੱਕ ਫਰਮ ਨੂੰ ਜਿਹੜਾ ਉਹ ਠੇਕਾ ਦਿੱਤਾ ਜਾਂਦਾ ਕਿ ਸਾਨੂੰ ਦੱਸੋ ਕਿਵੇਂ ਬਿਜਲੀ ਬਚ ਸਕਦੀ। ਮੈਂ ਸਮਝਦਾ ਕਿ ਇਹ ਤਾਂ ਕੋਈ ਵੀ ਜਿਹੜੀ ਆ ਪੰਜਾਬ ਦੀ ਖੋਜ ਸੰਸਥਾ ਜਾਂ ਯੂਨੀਵਰਸਿਟੀ ਜਾਂ ਈਵਨ ਬਿਜਲੀ ਬੋਰਡ ਦੇ ਜਿਹੜੇ ਇੰਜੀਨੀਅਰ ਨੇ ਉਹ ਬੈਟਰ ਦੱਸ ਸਕਦੇ ਸੀ, ਕਿਉਂਕਿ ਮੈਨੂੰ ਲੱਗਦਾ ਕਿ ਉਹੀ ਸੰਸਥਾ ਮੇਰੇ ਕੋਲ ਵੀ ਪੁੱਛਣ ਆਈ ਸੀ, ਉਹੀ ਸੰਸਥਾ ਬਿਜਲੀ ਬੋਰਡ ਦੇ ਚੀਫ ਇੰਜੀਨੀਅਰ ਨੂੰ ਵੀ ਪੁੱਛਣ ਆਈ ਸੀ। ਸੋ ਮੈਨੂੰ ਲੱਗਦਾ ਕਿ ਜੇ ਉਹਨੇ ਸਾਡੇ ਤੋਂ ਹੀ ਕੰਮ ਪੁੱਛ ਕੇ ਕਰਨਾ ਤੇ ਫਿਰ ਉਹਨਾਂ ਨੂੰ ਠੇਕਾ ਦੇਣ ਦੀ ਕੀ ਲੋੜ ਹੈ, ਇਹ ਸਾਡੇ ਤੋਂ ਪੁੱਛ ਲੈਂਦੇ ਜਾਂ ਪੰਜਾਬ ਦੇ ਹੋਰ। ਸੋ ਮੈਂ ਇਹ ਕਿਉਂ ਇਹ ਇਸ ਤਰ੍ਹਾਂ ਦਾ ਵਤੀਰਾ ਹੈ, ਮੈਨੂੰ ਇਹਦਾ ਕਾਰਨ ਇਹ ਲੱਗਦਾ ਹੈ ਕਿ ਇਹ ਜਿਹੜੇ ਸਰਕਾਰਾਂ ਨੇ ਪੋਲੀਟੀਕਲ ਲੀਡਰਸ਼ਿਪ ਇਹ ਸੋਚ ਰਹੀ ਹੈ ਕਿ ਇਹ ਜਿਹੜੇ ਮਾਹਰ ਤੇ ਪੰਜਾਬ ਐਸੀ ਬੰਦੇ ਨੇ ਕੋਈ ਡਿਫਿਕਲਟ ਕੁਐਸਚਨ ਰੇਜ਼ ਕਰਨਗੇ ਜਿਨ੍ਹਾਂ ਨੂੰ ਫੇਸ ਨਹੀਂ ਕਰ ਸਕਦੀ ਤੇ ਇਹੀ ਕਾਰਨ ਹੈ ਕਿ ਹੱਲ ਵੀ ਨਹੀਂ ਲੱਭਣਾ ਚਾਹੁੰਦੇ। ਸੋ ਮੈਂ ਇਹ ਸੋਚਦਾ ਕਿ ਮੈਂ ਉਹ ਜਿਹੜੀ ਕਮੇਟੀ ਮੈਂ ਪ੍ਰੋਸੈਸ ਕੀਤੀ ਹੈ ਕਿ ਉਹ ਜੋ ਵੀ ਰਿਕਮੈਂਡੇਸ਼ਨ ਇੱਕ ਸਿੱਟੇ ਤੇ ਪਹੁੰਚੇ ਤੇ ਉਸ ਤੋਂ ਪੰਜਾਬ ਵਿਧਾਨ ਸਭਾ 'ਚ ਉਸ ਤੇ ਬਿਨਾਂ ਸਮੇਂ ਸੀਮਾ ਦੇ ਇੱਕ ਲਗਾਤਾਰ ਬਹਿਸ ਕੀਤੀ ਜਾਵੇ ਤੇ ਬਹਿਸ ਕਰਕੇ ਜਦੋਂ ਤੱਕ ਕੋਈ ਸਾਰਥਕ ਤੇ ਪੁਖਤਾ ਹੱਲ ਜਾਂ ਸਮਝ ਨਹੀਂ ਬਣਦੀ ਉਦੋਂ ਤੱਕ ਉਹ ਬਹਿਸ ਜਿਹੜੀ ਹੈ ਉਹ ਬੰਦ ਨਾ ਕੀਤੀ ਜਾਵੇ। ਪਰ ਇੱਥੇ ਇੱਕ ਗੱਲ ਯਾਦ ਰੱਖਣ ਦੀ ਲੋੜ ਹੈ ਕਿ ਇਕੱਲੇ ਸਮਝ ਬਣਾਉਣ ਨਾਲ ਜਾਂ ਹੱਲ ਲੱਭਣ ਨਾਲ ਕਮੇਟੀ ਦੇ ਗੱਲ ਨਹੀਂ ਬਣਨੀ ਜਾਂ ਅਸੈਂਬਲੀ 'ਚ ਬਹਿਸ ਕਰਨ ਨਾਲ ਵੀ ਗੱਲ ਨਹੀਂ ਬਣਨੀ, ਉਹਨੂੰ ਲਾਗੂ ਕਰਾਉਣਾ ਪਵੇਗਾ ਤੇ ਲਾਗੂ ਕਰਾਉਣ ਲਈ ਸਿਆਸੀ ਜਿਹੜੀ ਇੱਛਾ ਸ਼ਕਤੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਇੱਛਾ ਸ਼ਕਤੀ ਬਣਾਈ ਰੱਖਣ ਲਈ ਤੇ ਪੈਦਾ ਕਰਨ ਲਈ ਲੋਕਾਂ ਨੂੰ ਸਟਰਗਲ ਜਿਹੜੀ ਹੈ ਉਹ ਕਰਨੀ ਪਵੇਗੀ ਤੇ ਸਟਰਗਲ ਜਿਹੜੀ ਹੈ ਉਹ ਲਗਾਤਾਰ ਜਾਰੀ ਰੱਖਣੀ ਪਵੇਗੀ। ਦੋਸਤੋ, ਪੰਜਾਬ ਦੇ ਸਿਆਸਤ ਨੂੰ ਠੀਕ ਲੀਹਾਂ ਤੇ ਤੋਰਨ ਲਈ ਮੈਂ ਸਮਝਦਾ ਕਿ ਪੰਜਾਬ ਦੀ ਸਿਆਸਤ ਅੱਜ ਤੋਂ ਕੋਈ 25-30 ਸਾਲਾਂ ਤੋਂ ਡੀਰੇਲ ਹੋਈ ਪਈ ਹੈ। ਇਹ ਪੰਜਾਬ ਦੀ ਜਿਹੜੀ ਡਿਵੈਲਪਮੈਂਟ ਦਾ ਜਿਹੜਾ ਮੁੱਦਾ ਹੈ ਉਸ ਨੂੰ ਪਾਸੇ ਰੱਖ ਕੇ
ਹੋਰ ਮੁੱਦਿਆਂ ਨਾਲ ਰਾਜ ਜਿਹੜਾ ਉਹ ਕੀਤਾ ਜਾ ਰਿਹਾ। ਮੈਂ ਕਿਸੇ ਪੋਲੀਟੀਕਲ ਪਾਰਟੀ ਤੇ ਆਪਣੇ ਉਹ ਨਹੀਂ ਕਰ ਰਿਹਾ, ਪਰ ਇਸ ਮੈਨੂੰ ਲੱਗਦਾ ਕਿ 1980 ਤੋਂ ਬਾਅਦ ਪੰਜਾਬ ਜਿਹੜਾ ਡਿਵੈਲਪਮੈਂਟ ਪਾਥ ਤੇ ਮੁੜ ਕੇ ਆਏ ਹੀ ਨਹੀਂ, ਤੇ ਨਾ ਹੀ ਸਰਕਾਰਾਂ ਨੇ, ਪੋਲੀਟੀਕਲ ਪਾਰਟੀਆਂ ਨੇ ਉਹਨੂੰ ਲਿਆਉਣ ਦਾ ਕੋਈ ਸੰਜੀਦਾ ਯਤਨ ਕੀਤੇ ਨੇ। ਸੋ ਇਸ ਲਈ ਮੈਂ ਕਹਿਣਾ ਕਿ ਪੰਜਾਬ ਦੀ ਜਿਹੜੀ ਸਿਆਸਤ ਹੈ ਉਹਨੂੰ ਠੀਕ ਲਿਆਂ ਤੇ ਤੋਰਨ ਲਈ ਤੇ ਲੋੜੀਂਦੇ ਸਿਆਸੀ ਇੱਛਾ ਪੈਦਾ ਕਰਨ ਲਈ ਲਗਾਤਾਰ ਸੰਘਰਸ਼ ਜਿਹੜਾ ਉਹ ਕਰਨਾ ਪਵੇਗਾ, ਨਹੀਂ ਤਾਂ ਇਹ ਫਿਰ ਉਹੀ ਪੈਚ ਵਰਕ ਹੁੰਦਾ ਰਹੇਗਾ। ਮੈਂ ਕੁਛ ਕਵਾਂਗਾ, ਉਹ ਕੋਈ ਕਹੇਗਾ, ਇਹ ਇਦਾਂ ਹੀ ਚੱਲਦਾ ਰਹਿਣਾ। ਸੋ ਇਸ ਦਾ ਹੱਲ ਜਿਹੜਾ ਉਹ ਆਪਾਂ ਨੂੰ ਲੱਭਣਾ ਨਹੀਂ। ਸੋ ਮੈਂ ਕਹਾਂਗਾ ਕਿ ਉੱਠੋ, ਜਾਗੋ ਤੇ ਉਦੋਂ ਤੱਕ ਨਾ ਰੁਕੋ ਜਦੋਂ ਤੱਕ ਤੁਹਾਡਾ ਟੀਚਾ ਹਾਸਲ ਨਾ ਹੋ ਜਾਵੇ। ਤੁਹਾਡੀ ਲੜਾਈ ਹੋਰ ਕਿਸੇ ਨੇ ਨਹੀਂ ਲੜਨੀ, ਤੁਹਾਨੂੰ ਹੀ ਲੜਨੀ ਪੈਣੀ ਹੈ। ਤੇ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ मुझसे पहले कितने शायर आए, मैं 2 मिनट और लूंगा। आए और आकर चले गए, कुछ आहें भरकर लौट गए, कुछ नगमे गाकर चले गए, कल और आएंगे महफिल में खिलती कलियां चुनने वाले, मुझसे बेहतर कहने वाले, तुझसे बेहतर सुनने वाले। सो मैं ये पलाही साहब नूं होर दोस्तां नूं भी गुजारिश करांगा कि गलबात दा सिलसिला जिहड़ा इंज ही चलदा रहना चाहिए। पर मैं प्रबंधकां नूं एक होर भी बेनती करनी चाहांगा, ਜਾਂ ਵਾਲੀਆ ਸਾਹਿਬ ਨੂੰ ਵੀ ਉਹ ਕਰਦੇ ਵੀ ਰਹਿੰਦੇ ਨੇ, ਕਿ ਇਹ ਜਿਹੜਾ ਮਸਲਾ ਹੈ ਇਸ ਤੇ ਲਗਾਤਾਰ ਗੰਭੀਰਤਾ ਨਾਲ ਵਿਚਾਰ ਚਰਚਾ ਹੁੰਦੀ ਰਹਿਣੀ ਚਾਹੀਦੀ ਹੈ। ਤੇ ਕਿਸਾਨ ਆਗੂਆਂ ਨੂੰ ਭਾਵੇਂ ਉਹ 20-25 ਜਥੇਬੰਦੀਆਂ 'ਚ ਵੰਡੇ ਹੋਏ ਨੇ, ਉਹਨਾਂ ਨੂੰ ਵੀ ਇਸ ਮੰਚ ਤੇ ਬੁਲਾ ਕੇ ਉਹਨਾਂ ਨੂੰ ਵੀ ਸੁਣਨ ਦੀ ਲੋੜ ਹੈ। ਆਖਰ ਵਿੱਚ ਮੈਂ ਆਪਣੀ ਗੱਲ ਜਿਹੜੀ ਹੈ ਇਕਬਾਲ ਦੇ ਇੱਕ ਸ਼ੇਰ ਨਾਲ ਖਤਮ ਕਰਨੀ ਚਾਹਾਂਗਾ। ਸ਼ੇਰ ਹੈ, ਕੁਛ ਬਾਤ ਹੈ कि हस्ती मिटती नहीं हमारी, सदियों रहा है दुश्मन दौरे जमा हमारा। इत्थे मैं किसान ਦੀ ਹਸਤੀ ਮਿਟਾਉਣ ਵਾਲਿਆਂ ਨੂੰ ਇੱਕ ਚੇਤਾਵਨੀ ਦੇਣੀ ਚਾਹਾਂਗਾ ਕਿ ਜੇ ਕਿਸਾਨ ਨਾ ਰਿਹਾ ਤਾਂ ਕੁਝ ਵੀ ਨਹੀਂ ਰਹਿਣਾ। ਇਹ ਮਤ ਸਮਝੋ ਕਿ ਅਮਰੀਕਾ 'ਚ 2-3% ਕਿਸਾਨੀ ਜਿਹੜੀ ਕੰਮ ਚਲਾ ਰਹੀ ਹੈ। ਹਿੰਦੁਸਤਾਨ ਵਰਗੇ ਦੇਸ਼ ਵਿੱਚ ਇੱਥੇ ਕਿਸਾਨ ਤੋਂ ਬਿਨਾਂ ਜਿਹੜੀ ਹਕੂਮਤ ਵੀ ਨਹੀਂ ਰਹਿਣੀ ਹੈ। ਅਸੀਂ ਕਹਿੰਦੇ ਆ ਕਿ ਜਿਹੜਾ ਬਜਟ ਹੈ ਉਹ ਆਪਣਾ ਮਾਨਸੂਨ 'ਚ ਹੈ, ਮੈਂ ਕਹਿੰਦਾ ਬਜਟ ਐਗਰੀਕਲਚਰ 'ਚ ਹੈ। ਜੇ ਕਿਸਾਨ ਐਗਰੀਕਲਚਰ ਨਾ ਰਿਹਾ ਤਾਂ ਕੁਛ ਨਹੀਂ ਰਹਿਣਾ। ਇਸ ਲਈ ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਅੱਗ ਨਾਲ ਨਾ ਖੇਡਣ। ਤੇ ਅਖੀਰ ਵਿੱਚ ਮੈਂ ਸਾਰੇ ਮੰਚ ਦਾ, ਪਲਾਹੀ ਜੀ ਦਾ, ਆਪ ਸਾਰਿਆਂ ਦਾ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਆਪਣੀ ਜਿਹੜੀ ਗੱਲ ਹੈ ਉਹ ਰੱਖਣ ਦਾ ਜਿਹੜਾ ਮੌਕਾ ਦਿੱਤਾ। ਬਹੁਤ ਬਹੁਤ ਧੰਨਵਾਦ। ਸਵਾਲ ਕੁਝ ਹੋਣਗੇ ਤੇ ਮੈਂ ਕਰਾਂਗਾ ਆਪਣਾ ਸਵਾਲਾਂ ਨੂੰ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਘੁੰਮਣ ਸਾਹਿਬ, ਬੜੀਆਂ ਪੁਖਤਾ ਗੱਲਾਂ ਕੀਤੀਆਂ ਨੇ ਤੁਸੀਂ ਨੇ, ਔਰ ਅਸੀਂ ਇਸ ਗੱਲ ਨੂੰ ਅੱਗੇ ਤੋਰਾਂਗੇ। ਔਰ ਮੈਂ ਜਿਹੜੇ ਬੋਲਣ ਵਾਲੇ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਸਵਾਲ ਹੀ ਇਕੱਲੇ ਰੱਖਣ ਇਸ ਤਾਂ ਕਿ ਘੁੰਮਣ ਸਾਹਿਬ ਬਾਅਦ ਵਿੱਚ ਜਵਾਬ ਦੇ ਸਕਣ। ਜਿੰਨੇ ਵੀ ਸਾਡੇ ਕੋਲ ਪਾਰਟਿਸਪੈਂਟ ਨੇ, ਡਾਕਟਰ ਗੁਮਟਾਲਾ ਜੀ ਸਾਡੇ ਦਰਮਿਆਨ ਨੇ, GS ਗੁਰਦਿੱਤ ਜੀ ਸਾਡੇ ਦਰਮਿਆਨ ਨੇ, ਔਰ ਇਸੇ ਤਰ੍ਹਾਂ ਰਿਆੜ ਸਾਹਿਬ, ਕੇਰ ਸ਼ਰੀਫ ਜੀ, ਵਰਿੰਦਰ ਸ਼ਰਮਾ ਜੀ MP, ਰਣਜੀਤ ਧੀਰ ਜੀ UK ਤੋਂ, ਬਾਲੀਆ ਜੀ, ਹਰਜਿੰਦਰ ਬਾਲੀਆ, ਡਾਕਟਰ ਗਿਆਨ ਸਿੰਘ ਜੀ ਸਾਡੇ ਦਰਮਿਆਨ ਨੇ। ਮੈਂ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕਿ ਡਾਕਟਰ ਹਰਜਿੰਦਰ ਸਿੰਘ ਬਾਲੀਆ ਹੋਰਾਂ ਨੇ ਅਗਲੇ ਪ੍ਰੋਗਰਾਮ ਤੇ ਆਪਣੀ ਗੱਲ ਕਰਨੀ ਆ, 2 ਮਿੰਟ ਲਈ ਉਹ ਗੱਲ ਕਰਨੀ ਹੈ। ਉਸ ਤੋਂ ਬਾਅਦ ਡਾਕਟਰ ਗਿਆਨ ਸਿੰਘ ਜੀ ਇਸ ਲੜੀ ਨੂੰ ਅੱਗੇ ਤੋਰਨਗੇ। ਘੁੰਮਣ ਸਾਹਿਬ ਨੇ ਕਿਹਾ ਇਹਨਾਂ ਤੇ ਮੈਂ ਕੋਈ ਰਿਪੀਟ ਨਹੀਂ ਕਰਾਂਗਾ ਇਹਨਾਂ ਦੀ ਗੱਲ, ਔਰ ਮੈਂ ਸਮਝਦਾ ਕਿ ਕਾਫੀ ਜਿਹੜੇ ਪੁਖਤਾ ਸਵਾਲ ਉਠਾਏ ਗਏ ਨੇ। ਲੇਕਿਨ ਛੋਟੀ ਕਿਸਾਨੀ, ਸਾਡੀ ਜਿਹੜੀ ਲੈਂਡ ਹੋਲਡਿੰਗ ਘਟ ਰਹੀ ਹੈ, ਇਹ ਇੱਕ ਵੱਡਾ ਕਾਰਨ। ਇਹ ਤੇ ਵੀ ਗੱਲ, ਕਿਉਂਕਿ ਆਉਣ ਵਾਲੇ ਟਾਈਮ ਜੇ ਸਵਾਮੀਨਾਥਨ ਰਿਪੋਰਟ ਲਾਗੂ ਵੀ ਹੁੰਦੀ ਹੈ ਤਾਂ ਵੀ ਕਿਸਾਨਾਂ ਦਾ ਕੁਝ ਨਹੀਂ ਹੋਣਾ। ਮੈਂ ਇਹ ਸਮਝਦਾ ਬਿਲਕੁਲ ਸਹੀ ਗੱਲ ਕੀਤੀ ਹੈ ਮਨਟੇਕ ਸਿੰਘ ਆਹਲੂਵਾਲੀਆ ਨੇ। ਜੋ ਕਿਹਾ ਉਹ ਹਰਜਿੰਦਰ ਵਾਲੀਆ ਵੀ ਕਹਿ ਦਿੰਦਾ, ਜ਼ਮੀਨਾਂ ਵੇਚ ਦੋ, ਨੌਕਰੀਆਂ ਘਟਾ ਦੋ। ਇਹ ਤਾਂ ਅਸੀਂ ਵੀ ਕਹਿ ਦਿੰਦੇ, ਚ ਕੋਈ ਵੱਡੀ ਗੱਲ ਨਹੀਂ ਸੀ। ਮੈਂ ਇੱਕ ਆਰਟੀਕਲ ਲਿਖਿਆ ਸੀ ਜਿਹਦੇ ਚ ਮੈਂ ਤੁਹਾਡਾ ਬਸ ਸੱਭਿਆਚਾਰ ਦੇ ਐਂਗਲ ਤੋਂ ਮੈਂ ਕਹਿਣਾ ਵੀ ਕਿਸਾਨਾਂ ਦਾ ਕਿਹੜਾ ਕਸੂਰ ਹੈ ਉਹ ਵੀ ਦੇਖ ਲਈਏ। ਇਹ ਲਿਖਿਆ ਸੀ, ਸਾਦੇ ਵਿਆਹ ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ। ਕਿੰਨੀ ਟਰੈਕਟਰਾਂ ਦੀ ਗਿਣਤੀ ਹੈ ਸਾਡੇ, ਕਿੰਨਾ ਅਸੀਂ ਖਰਚਾ ਕਰ ਰਹੇ ਹਾਂ, ਜੋ ਕੁਝ ਹੋ ਰਿਹਾ ਹੈ ਕੀ ਅਸੀਂ ਵੀ ਜ਼ਿੰਮੇਵਾਰ ਹਾਂ। ਇਹ ਜਿਹੜੀਆਂ ਖੁਦਕਸ਼ੀਆਂ ਨੇ ਇਹਨਾਂ ਬਾਰੇ ਵੀ ਸਾਨੂੰ ਸੋਚਣ ਦੀ ਬਹੁਤ ਜ਼ਿਆਦਾ ਲੋੜ ਹੈ। ਕਿਸਾਨ 200 ਤੋਂ ਵੱਧ
ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਪੰਜਾਬ 'ਚ ਵੀ 20-25 ਨੇ, ਤੇ ਕਿਸਾਨਾਂ ਦੇ ਵਿੱਚ ਏਕਤਾ ਨਹੀਂ, ਕੌਣ ਉਹਨਾਂ ਦੀ ਲੜਾਈ ਲੜੂ। ਔਰ ਤੀਜੀ ਗੱਲ ਜਿਹੜੀ ਮੈਂ ਗੱਲ ਖਤਮ ਕਰਨੀ ਹੈ ਕਿ ਕੀ ਸੱਚਮੁੱਚੀ ਜਿਹੜੀ ਇਹ ਬਿਜਲੀ ਹੈ ਇਹ ਮੁਫਤ ਦੇ ਕੇ ਅਸੀਂ ਕਿਸਾਨਾਂ ਨੂੰ ਇਸ ਤਰ੍ਹਾਂ ਦਾ ਜਿਹੜੇ ਲਾਲਚ ਚ ਪਾਤਾ ਕਿ ਉਸ ਤੋਂ ਬਾਅਦ ਨਾ ਸਰਕਾਰਾਂ ਪੈਰਸਰ ਹੋ ਰਹੀਆਂ ਨੇ ਨਾ ਹੀ ਕਿਸਾਨ। ਇਹ ਜਿਹੜੇ ਸਵਾਲ ਨੇ ਸੱਭਿਆਚਾਰ ਦਾ ਜਿਹੜਾ ਐਂਗਲ ਹੈ, ਜਿਹਦੇ ਚ ਮੈਂ ਟਰੈਕਟਰਾਂ ਦੀ ਗਿਣਤੀ ਨੂੰ ਲਿਆ, ਜਿਹਦੇ ਚ ਉਹਦਾ ਕਰਜ਼ਾ ਲੈਣ ਦੀ ਗੱਲ ਕੀਤੀ ਹੈ, ਜਿਹਦੇ ਚ ਉਹਨਾਂ ਦਾ ਵਿਖਾਵਾ ਬਹੁਤ ਹੈ, ਜਿਹਦੇ ਚ ਉਹ ਸਮਾਜ ਦੇ ਵਿੱਚ ਉਹ ਗੱਲਾਂ ਕਰ ਰਹੇ ਨੇ ਜਿਨ੍ਹਾਂ ਤੋਂ ਬਿਨਾਂ ਸਰ ਸਕਦਾ ਉਹਨਾਂ ਨੂੰ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ। ਮੈਂ ਬੇਨਤੀ ਕਰਾਂਗਾ ਡਾਕਟਰ ਗਿਆਨ ਸਿੰਘ ਜੀ ਹੋਰਾਂ ਨੂੰ, ਡਾਕਟਰ ਰਣਜੀਤ ਸਿੰਘ ਘੁੰਮਣ ਜੀ ਹੋਰਾਂ ਨੂੰ ਬੇਨਤੀ ਕਿ ਜਿਹੜੇ ਸਵਾਲ ਸਾਹਮਣੇ ਆਉਂਦੇ ਨੇ ਅਸੀਂ ਅਖੀਰ ਦੇ ਵਿੱਚ ਉਹਨਾਂ ਨੂੰ 10 ਮਿੰਟ ਮੌਕਾ ਦੇਵਾਂਗੇ ਮੁੜ ਕੇ ਸਾਰੀ ਗੱਲ ਕਲੀਅਰ ਕਰਨ ਦਾ। ਸੋ ਬੇਨਤੀ ਹੈ ਡਾਕਟਰ ਗਿਆਨ ਸਿੰਘ ਜੀ ਹੋਰਾਂ ਨੂੰ। ਸੂਝਵਾਨ ਦੋਸਤੋ, ਮੈਂ ਆਪਣੇ 2 ਮਿੰਟ ਹਿੰਦੀ ਦੇ ਪੋਇਟ ਨੇ ਦਸ਼ਾਂਤ ਕੁਮਾਰ, ਉਹਨਾਂ ਦੀਆਂ ਕੁਝ ਸਦਰਾਂ ਨਾਲ ਸ਼ੁਰੂ ਕਰੂੰਗਾ। ਇਹ ਸਾਰਾ ਜਿਸਮ ਝੁੱਕ ਕੇ ਬੋਝ ਨਾ ਦੂਰਾ ਹੋਏਗਾ, ਮੈਂ ਸਿਜਦੇ ਵਿੱਚ ਨਹੀਂ ਸੀ, ਤੁਹਾਨੂੰ ਧੋਖਾ ਲੱਗਿਆ ਹੋਏਗਾ, ਇੱਥੇ ਤੱਕ ਆਉਂਦੇ ਆਉਂਦੇ ਸੁੱਕ ਜਾਂਦੀਆਂ ਹਨ ਸਾਰੀਆਂ ਨਦੀਆਂ, ਮੈਨੂੰ ਪਤਾ ਪਾਣੀ ਕਿੱਥੇ ਰੁਕਿਆ ਹੋਏਗਾ। ਇਹ ਗੱਲ ਡਾਕਟਰ ਘੁੰਮਣ ਉਹਨਾਂ ਨੇ ਸਵਾਲ ਬਹੁਤ ਖੜੇ ਕੀਤੇ ਨੇ, ਇਸ ਲਈ ਮੈਂ ਹੋਰ ਸਵਾਲ ਤਾਂ ਖੜੇ ਨਹੀਂ ਕਰੂੰਗਾ ਕਿ ਪਰ ਇਹਨਾਂ ਨਾਲ ਕੁਝ ਗੱਲਾਂ ਜ਼ਰੂਰ ਕਰਨੀਆਂ ਚਾਹੂੰਗਾ ਕਿ ਪਹਿਲੀ ਗੱਲ ਤਾਂ ਖੇਤੀਬਾੜੀ ਸੰਕਟ ਕੀ ਹੈ। ਜਿੰਨਾ ਕੁ ਹੁਣ ਤੱਕ ਮੈਂ ਸੁਣਿਆ ਇਹਦੇ ਵਿੱਚ ਜ਼ਿਆਦਾ ਕਿਸਾਨਾਂ ਦੇ ਸੰਕਟ ਦੀ ਗੱਲ ਕੀਤੀ ਗਈ ਹੈ, ਜਦੋਂ ਕਿ ਖੇਤੀਬਾੜੀ ਸੰਕਟ ਇਹ ਜਿਹੜੀ ਟਰਮ ਹੈ ਬਹੁਤ ਵੱਡੀ ਹੈ। ਉਹ ਚ ਖੇਤੀਬਾੜੀ ਕਰਨ ਵਾਲੇ 3 ਵਰਗ, ਕਿਸਾਨ, ਖੇਤ ਮਜ਼ਦੂਰ ਤੇ ਪਿੰਡੂ ਛੋਟੇ ਕਾਰੀਗਰ, ਇਹਨਾਂ ਦੀਆਂ ਸਮੱਸਿਆਵਾਂ, ਫਿਰ ਧਰਤੀ ਹੇਠਲਾ ਪਾਣੀ, ਫਿਰ ਭੂਮੀ ਦੀ ਸਿਹਤ, ਸਾਡਾ ਵਾਤਾਵਰਨ ਅਤੇ ਹੋਰ ਬਹੁਤ ਸਾਰੇ ਪੱਖ ਨੇ ਜਿਹੜੇ ਸਾਨੂੰ ਲੈਣੇ ਚਾਹੀਦੇ ਨੇ। ਤੇ ਜਿੱਥੋਂ ਤੱਕ ਕਿਸਾਨੀ ਸੰਕਟ ਦੀ ਗੱਲ ਕੀਤੀ ਹੈ, ਕਿਸਾਨਾਂ ਤੋਂ ਵੱਧ ਵੱਡਾ ਸੰਕਟ ਖੇਤੀਬਾੜੀ ਮਜ਼ਦੂਰਾਂ ਦਾ ਹੈ। ਜਿੰਨੀਆਂ ਪੰਜਾਬ 'ਚ ਖੁਦਕਸ਼ੀਆਂ ਹੋਈਆਂ ਨੇ ਉਹ 'ਚ 40% ਤੋਂ ਵੱਧ ਇਕੱਲੇ ਖੇਤ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਨੇ। ਤੇ ਜਿਹੜੀ ਗੱਲ ਇੱਥੇ ਅਸੀਂ ਕਰਦੇ ਹਾਂ ਕਿ ਜਿੰਨਾ ਇਹਨਾਂ ਦੇ ਜਿੰਨੇ 3 ਵਰਗ ਨੇ ਉਹਨਾਂ ਦੀਆਂ ਵੱਡੀਆਂ ਸਮੱਸਿਆਵਾਂ ਦਾ ਕਾਰਨ ਉਹ ਪ੍ਰਦੂਸ਼ਣ ਹੈ। ਪ੍ਰਦੂਸ਼ਣ ਕਿਹੜਾ? ਆਰਥਿਕ, ਸਮਾਜਿਕ, ਸੱਭਿਆਚਾਰਕ, ਰਾਜਸੀ ਤੇ ਬੌਧਿਕ ਪ੍ਰਦੂਸ਼ਣ। ਆਰਥਿਕ ਪ੍ਰਦੂਸ਼ਣ ਬਹੁਤ ਹੀ ਬਰੀਫਲੀ, ਇਹ ਦੇਸ਼ ਦੀ ਰਾਸ਼ਟਰੀ ਆਮਦਨ ਚੋਂ ਕਿਸਾਨਾਂ ਨੂੰ 15% ਦੇ ਨਜ਼ਦੀਕ ਦਿੱਤਾ ਜਾਂਦਾ ਹੈ। ਕਿਹਾ ਜਾਂਦਾ ਕਿ ਉਹ ਪਾਉਂਦੇ ਨੇ, ਦਿੱਤਾ ਜਾਂਦਾ ਹੈ। ਜੇ ਰੀਅਲ ਟਰਮ 'ਚ ਵਰਕਆਊਟ ਕਰ ਲਈਏ ਤਾਂ ਉਹ 8% ਦੇ ਨਜ਼ਦੀਕ ਰਹਿ ਜਾਂਦਾ ਹੈ। ਸਮਾਜਿਕ ਸੱਭਿਆਚਾਰਕ ਪ੍ਰਦੂਸ਼ਣ, ਜਿਹੜੇ ਲੋਕਾਂ ਨੇ ਸੰਘਰਸ਼ ਕਰਕੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਦੀ ਬਚਾਓ ਦੀ ਨੀਤੀ ਚਾਹੇ ਹੋਏ ਨੇ ਤੇ ਭਾਈਚਾਰਾ ਟੁੱਟਦਾ ਜਾ ਰਿਹਾ ਤੇ ਇੱਕ ਦੂਜੇ ਦੀ ਮਦਦ ਤੋਂ ਭੱਜਦੇ ਜਾ ਰਹੇ ਨੇ। ਰਾਜਸੀ ਪ੍ਰਦੂਸ਼ਣ, ਇਹਦੀ ਐਗਜ਼ਾਮਪਲ ਤਾਂ ਹੁਣੇ ਇੱਕ ਕਿਸਾਨ ਨੇ ਖੁਦਕਸ਼ੀ ਕੀਤੀ ਹੈ ਜਿਹਨੇ ਕਿਹਾ ਕਿ ਸਾਡੇ ਜਿਹੜੇ ਰਾਜਸੀ ਨੇਤਾ ਨੇ ਉਹ ਡਰਾਮੇਬਾਜ਼ੀ ਕਰਦੇ ਨੇ। ਬੌਧਿਕ ਪ੍ਰਦੂਸ਼ਣ, ਸੌਰੀ, ਉਹ ਆਪਣਾ ਹੈਗਾ, ਆਪਣੇ ਜੋ ਕੁਝ ਲੋਕਾਂ ਦਾ ਹੈ। ਜਿਹੜੇ ਸਰਕਾਰੀ, ਦਰਬਾਰੀ, ਜੁਗਾੜੀ, ਝਾੜੂ ਬਰਦਾਰ ਨੇ ਕਾਰਪੋਰੇਸ਼ਨਾਂ ਦੇ, ਉਹ 2+2 ਨੂੰ 3 ਜਾਂ 5 ਜਾਂ ਹੋਰ ਕੋਈ ਅੰਕੜਾ ਪ੍ਰੂਵ ਕਰਨ ਦੀ, ਮੁਹਾਰਤ ਹਾਸਲ ਕਰਨ ਦੇ ਵਿੱਚ ਉਹਦਾ ਅੱਗੇ ਜਾ ਕੇ ਜ਼ੋਰ ਲਾਉਂਦੇ ਰਹਿੰਦੇ ਨੇ, ਜਦੋਂ ਕਿ ਸਾਨੂੰ ਸਮਾਜ ਨੇ ਇੰਨਾ ਜ਼ਿਆਦਾ ਦਿੱਤਾ ਹੈ ਕਿ ਸਾਨੂੰ ਉਹਦੇ ਸਮੱਸਿਆਵਾਂ ਦੇ ਹੱਲ ਕਰਨ ਵੱਲ ਆਉਣਾ ਚਾਹੀਦਾ ਹੈ। ਇਸ ਤੋਂ ਬਿਨਾਂ ਬਾਕੀ ਸਮੱਸਿਆਵਾਂ, ਧਰਤੀ ਹੇਠਲਾ ਪਾਣੀ ਹੈ, ਧਰਤੀ ਸਾਡੀ ਭੂਮੀ ਦੀ ਸਿਹਤ ਹੈ ਅਤੇ ਜਿਹੜਾ ਵਾਤਾਵਰਨ ਹੈ, ਇਹ ਲੋਕਾਂ ਨੂੰ ਕਿਸ ਤਰ੍ਹਾਂ ਅਫੈਕਟ ਕਰਦਾ ਹੈ, ਇਹ ਗੱਲਾਂ ਵੀ ਹੋਣੀਆਂ ਚਾਹੀਦੀਆਂ ਨੇ। ਤੇ ਇਸ ਤੋਂ ਬਿਨਾਂ ਤੇ ਸਵਾਲ ਬਾਕੀ ਲੋਕਾਂ ਵੱਲੋਂ ਹੋਣਗੇ। ਮੈਂ ਆਪਦੇ ਸਮੇਂ ਨੂੰ ਦੇਖਦਾ ਹੋਇਆ ਸਿਰਫ ਇੱਥੇ ਤੱਕ ਸੀਮਿਤ ਰੱਖਣਾ ਚਾਹੁੰਦਾ, ਪਰ ਕੁੱਲ ਮਿਲਾ ਕੇ ਕਨਕਲੂਡ ਕਰਨਾ ਚਾਹੁੰਦਾ। ਇਹ ਇੱਕ ਗੱਲ ਨਾਲ ਸਹਿਮਤ ਹੈ ਡਾਕਟਰ ਘੁੰਮਣ ਨਾਲ, ਇਹ ਖੇਤੀਬਾੜੀ ਸੰਕਟ ਸਿਰਫ ਕੀਮਤਾਂ ਦਾ ਸੰਕਟ ਨਹੀਂ ਹੈਗਾ, ਇਹ ਤੇ ਓਵਰਆਲ ਇਕਨੋਮਿਕ ਮਾਡਲ ਦਾ ਸੰਕਟ ਹੈਗਾ ਜਿਹੜਾ 1991 ਤੋਂ ਨਵੀਆਂ ਆਰਥਿਕ ਨੀਤੀਆਂ ਦੇ ਥੱਲੇ ਅਸੀਂ ਅਪਣਾਇਆ ਹੈ, ਜੋ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਉਪਜਦੀਆਂ ਨੇ। ਪਰ ਕੋਵਿਡ-19 ਨੇ ਸਿੱਧ ਕਰਤਾ ਸਾਡਾ ਜਹਾਜ਼ਾਂ ਤੋਂ ਬਿਨਾਂ, ਕਾਰਾਂ ਤੋਂ ਬਿਨਾਂ, ਕੋਠੀਆਂ ਤੋਂ ਬਿਨਾਂ, ਫੋਨਾਂ ਤੋਂ ਬਿਨਾਂ ਸਰਜੂ, ਸਾਡਾ ਰੋਟੀ ਤੋਂ ਬਿਨਾਂ ਨਹੀਂ ਸਰਨਾ। ਰੋਟੀ ਸਾਨੂੰ ਖੇਤੀਬਾੜੀ ਖੇਤਰ ਨੇ ਦੇਣੀ ਹੈ। ਖੇਤੀਬਾੜੀ ਖੇਤਰ ਨੂੰ ਜਿਉਂਦੇ ਰੱਖਣ ਲਈ ਸਾਨੂੰ 3 ਤਰ੍ਹਾਂ, ਕਿਸਾਨਾਂ, ਖੇਤ ਮਜ਼ਦੂਰਾਂ, ਪਿੰਡੂ ਛੋਟੇ ਕਾਰੀਗਰਾਂ ਨੂੰ ਸਤਿਕਾਰਯੋਗ ਜ਼ਿੰਦਗੀ ਦੇਣੀ ਪਊਗੀ। ਧੰਨਵਾਦ ਜੀ। बहुत बहुत धन्यवाद पलाई साहब, बहुत ही इंफॉर्मेटिव कंट्रीब्यूशन है प्रोफेसर घुम्मन साहब वालों। ते जेड़े भी सवाल डॉक्टर ज्ञान सिंह होरी वालिया जी ने उठाए है वो एक बहुत लंबी दौड़ दी, एकदम इन्हां दा सलूशन कोई नहीं। लेकिन मेरा तो इक्को ही सवाल है, क्योंकि बाहर बैठा होया करके मैं सीधा ਉਹਦੇ ਤੇ
ਬਹੁਤੀ ਟੀਕਾ ਟਿੱਪਣੀ ਨਹੀਂ ਕਰਨੀ ਚਾਹੁੰਦਾ। ਇੱਕ ਸਵਾਲ ਹੈ ਕਿ ਕੀ ਪੋਲੀਟੀਕਲ ਐਕੈਡੈਮਿਕਸ ਇਹ ਡਿਟਰਮਿਨਡ ਹੈਗੇ ਨੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿ ਇਹ ਜਿਹੜੀਆਂ ਮੁਸ਼ਕਲਾਂ ਆ ਇਹਨਾਂ ਨੂੰ ਬੈਠ ਕੇ ਵਿੱਚੇ ਸਾਰੀ ਪੋਲੀਟੀਕਲ ਪਾਰਟੀ, ਮੈਂ ਕਿਸੇ ਇੱਕ ਪੋਲੀਟੀਕਲ ਪਾਰਟੀ ਦੀ ਗੱਲ ਨਹੀਂ ਕਰਦਾ, ਇੱਕ ਪੰਜਾਬ ਦੀਆਂ ਮੁਸ਼ਕਲਾਂ ਦਾ ਹੱਲ ਲੱਭਣ ਲਈ ਕੋਈ ਐਸੀ ਸੋਚ ਹੈ ਕਿ ਸਾਰੇ ਇਕੱਠੇ ਹੋ ਕੇ ਇਹਦਾ ਕੋਈ ਹੱਲ ਲੱਭਣ ਦਾ ਉਪਰਾਲਾ ਕਰਨ? ਗੱਲਬਾਤ ਤੋਂ ਜੋ ਅਸੀਂ ਬਾਹਰ ਬੈਠੇ ਪੜ੍ਹਦੇ ਹਾਂ ਉਹਦੇ ਤੋਂ ਇਹ ਮਹਿਸੂਸ ਹੁੰਦਾ ਸਾਨੂੰ ਕਿ ਅਜੇ ਇਹ ਸੋਚ ਡਿਵੈਲਪ ਨਹੀਂ ਹੋ ਰਹੀ ਕਿ ਹੱਲ ਲੱਭਣ ਲਈ ਇਕੱਠੇ ਹੋਣਾ ਚਾਹੀਦਾ ਜਾਂ ਨਹੀਂ। ਕੀ ਸਾਡੀ ਇਹ ਸੋਚ ਠੀਕ ਹੈ ਜਾਂ ਗਲਤ ਹੈ? ਜੇ ਠੀਕ ਹੈ ਤਾਂ ਕੀ ਜਿੰਨਾ ਵੀ ਐਕੈਡੈਮਿਕ ਐਲੀਮੈਂਟ ਹੈ, ਕੰਪੇਨਰਸ ਨੇ, ਪੋਲੀਟੀਕਲ ਐਕਟਿਵਿਸਟ ਨੇ, ਉਹ ਡਿਟਰਮਿਨਡ ਨੇ ਕਿ ਇਹਦਾ ਅਸੀਂ ਹੱਲ ਲੱਭਣਾ ਜਾਂ ਅਸੀਂ ਇਕੱਲੇ ਬੈਠ ਕੇ ਕੋਈ ਲੜਾਈ ਲੜਨੀ ਹੈ? ਮੇਰਾ ਸਵਾਲ ਇੱਥੇ ਤੱਕ। ਮਿਹਰਬਾਨੀ ਜੀ। ਗੁਰਚਰਨ ਨੂਰਪੁਰ ਜੀ ਹੋ ਰਹੀ ਹੈ, ਆਪਣਾ ਸਵਾਲ ਰੱਖਣਗੇ। ਗੁਰਚਰਨ ਨੂਰਪੁਰ ਜੀ। शुक्रिया पलाई साहब, बहुत बहुत शुक्रिया। आवाज आ रही है पलाई साहब? ਜੀ 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 ਆਉਂਦੀ ਹੈ ਜੀ, ਕਰੋ ਜੀ। ਪਲਾਈ ਸਾਹਿਬ, ਮੇਰਾ ਮੰਨਣਾ ਹੈ ਕਿ ਕਿਸੇ ਵੀ ਯੁੱਗ ਵਿੱਚ ਲੋਕਾਂ ਦੀ ਬਹੁਤ ਗਿਣਤੀ ਅਜਿਹੀ ਨਹੀਂ ਹੁੰਦੀ ਕਿ ਉਹ ਆਪਣੀ ਜਾਨ ਮਾਲ ਤੇ ਧਨ ਦੌਲਤ ਦੀ ਆਪਣੇ ਸੁਚੱਜੇ ਢੰਗ ਨਾਲ ਰਾਖੀ ਕਰ ਸਕੇ। ਜੀ ਪਿਛਲੇ ਕੁਝ ਅਰਸੇ ਤੋਂ ਜਿਹੜਾ ਖੇਤੀ ਦਾ ਜਿਹੜਾ ਸੈਕਟਰ ਹੈਗਾ ਸੀ ਉਹਨੂੰ ਬਾਜ਼ਾਰ ਦੀਆਂ ਤਰਜੀਹਾਂ ਤੇ ਤੋਰਿਆ ਗਿਆ, ਜਾਂ ਐਵੇਂ ਕਹਿ ਸਕਦੇ ਹਾਂ ਕਿ ਬਾਜ਼ਾਰ ਨੇ ਆਪਣੇ ਅਨੁਸਾਰ ਖੇਤੀ ਨੂੰ ਚਲਾਇਆ, ਜਿਹਦੇ ਕਰਕੇ ਬਹੁਤ ਵੱਡੇ ਜਿਹੜੇ ਖੇਤੀ ਸੰਕਟ ਨੇ ਜਿਨ੍ਹਾਂ ਦੀ ਅੱਜ ਆਪਾਂ ਚਰਚਾ ਕਰ ਰਹੇ ਹਾਂ ਉਹ ਪੈਦਾ ਹੋਏ। ਸੋ ਜਦੋਂ ਬਾਜ਼ਾਰ ਕਿਸੇ ਤਰਜੀਹ ਤੇ ਕੰਮ ਕਰਦਾ ਹੈ ਤੇ ਉਹ ਆਪਣੇ ਮੁਨਾਫੇ ਲਈ ਕਰਦਾ ਹੈ, ਚਾਹੇ ਬੇਲੋੜੇ ਕਰਜ਼ੇ ਹੈ, ਚਾਹੇ ਬੇਲੋੜੀਆਂ ਖਾਦਾਂ, ਸਪਰੇਆਂ, ਮਹਿੰਗੇ ਟਰੈਕਟਰ, ਤੇ ਇਸ ਤੋਂ ਇਲਾਵਾ ਆਪਾਂ ਦੇਖ ਸਕਦੇ ਹਾਂ ਕਿ ਹੋਰ ਖੇਤੀ ਨਾਲ ਜੁੜੇ ਜਿਹੜੇ ਖਰਚੇ ਹੈਗੇ ਆ, ਉਹ ਜਦੋਂ ਬਾਜ਼ਾਰ ਨੇ ਆਪਣੇ ਅਨੁਸਾਰ ਆਪਣੀਆਂ ਤਰਜੀਹਾਂ ਤੇ ਕਿਸਾਨੀ ਨੂੰ ਚਲਾਇਆ ਤਾਂ ਬਹੁਤ ਵੱਡੇ ਜਿਹੜੇ ਜਿੱਥੇ ਲੋਕ ਜਿਹੜੇ ਉਹ ਕਿਰਤ ਨਾਲੋਂ ਟੁੱਟ ਗਏ, ਉੱਥੇ ਨਾਲ ਦੀ ਨਾਲ ਜਿਹੜਾ ਕਰਜ਼ੇ ਦਾ ਜਿਹੜਾ ਭਾਰ ਸੀ ਉਹ ਲੋਕਾਂ ਸਿਰ ਵਧਣਾ ਸ਼ੁਰੂ ਹੋ ਗਿਆ। ਸੋ ਫਰਜ਼ ਸਰਕਾਰਾਂ ਦੇ ਬਣਦੇ ਸੀ, ਵਿਵਸਥਾ ਦਾ ਇਹ ਫਰਜ਼ ਬਣਦਾ ਸੀ ਕਿ ਉਹ ਉਹਨਾਂ ਤਰਜੀਹਾਂ ਨੂੰ ਰੋਕਦੀ ਜਿਹੜੀਆਂ ਤਰਜੀਹਾਂ ਲੋਕਾਂ ਦੀ ਤਬਾਹੀ ਦਾ ਕਾਰਨ ਬਣਦੀਆਂ। ਮੈਂ ਸਮਝਦਾ ਕਿ ਜੇਕਰ ਦੁਨੀਆ ਦੇ ਕਿਸੇ ਖਿੱਤੇ ਵਿੱਚ ਕਿਸਾਨਾਂ ਦੀ ਹਾਲਤ ਸਾਡੇ ਪੰਜਾਬ ਨਾਲੋਂ, ਹਿੰਦੁਸਤਾਨ ਨਾਲੋਂ ਚੰਗੀ ਹੈ, ਬਿਹਤਰ ਹੈ, ਤੇ ਫਰਕ ਸਿਰਫ ਇੰਨਾ ਹੀ ਹੈ ਕਿ ਉੱਥੇ ਜਿਹੜੀ ਉੱਥੋਂ ਦੀ ਵਿਵਸਥਾ ਹੈ ਉਹ ਲੋਕਾਂ ਦੇ ਇਸ ਤਰ੍ਹਾਂ ਕਰ ਰਿਹਾ, ਤੇ ਉਹਦਾ ਕਾਰਨ ਇਹੀ ਹੈ ਕਿ ਜਿਹੜੀ ਵਿਵਸਥਾ ਹੈ ਉਹ ਬਾਜ਼ਾਰ ਪੱਖੀ ਹੈ, ਤੇ ਬਾਜ਼ਾਰ ਪੱਖੀ ਵਿਵਸਥਾ ਜਦੋਂ ਤੱਕ ਕੰਮ ਕਰਦੀ ਰਹੇਗੀ ਉਦੋਂ ਤੱਕ ਲੋਕ ਪੱਖੀ ਨਿਜ਼ਾਮ ਜਿਹੜਾ ਨਹੀਂ ਉਸਾਰਿਆ ਜਾ ਸਕੇ। ਜਿਹੜੇ ਧਨਾੜ ਕਿਸਾਨ ਆ ਉਹ ਤਾਂ ਕਾਰਪੋਰੇਟ 'ਚ ਵੀ ਪੈਰ ਰੱਖਦੇ ਆ, ਕਿਸੇ ਦੀਆਂ 500-700 ਬੱਸਾਂ ਹੈਗੀਆਂ, ਕਿਸੇ ਦੀ ਸ਼ਰਾਬ ਦੀ ਫੈਕਟਰੀ ਹੈਗੀ, ਕਿਸੇ ਦਾ ਕੋਈ ਹੋਰ ਕਾਰਖਾਨਾ ਹੈਗਾ। ਹੁਣ ਗਰੀਬ ਕਿਸਾਨ ਨੇ ਉਸੇ 2.5 ਕਿੱਲੇ 'ਚੋਂ ਸਾਰਾ ਕੁਝ ਕੱਢਣਾ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਉਹਨਾਂ ਦਾ ਵੱਖੋ ਵੱਖਰਾ ਸੋਚਿਆ ਜਾਵੇ। ਜਿਹੜਾ ਬਿਜਲੀ ਦਾ ਕਹੀ ਜਾਂਦੇ ਨਾ, ਗਰੀਬ ਕਿਸਾਨ ਆ ਵਿਚਾਰਾ 5 ਹਾਰਸ ਪਾਵਰ ਦੀ ਮੋਟਰ ਚਲਾਈ ਜਾਂਦਾ, ਧਨਾੜ ਕਿਸਾਨ ਆ ਉਹਦੇ 20 ਮੋਟਰਾਂ ਲੱਗੀਆਂ 20 ਹਾਰਸ ਪਾਵਰ ਦੀਆਂ। ਇੱਥੇ ਤੁਹਾਨੂੰ ਜ਼ਰੂਰ ਸੋਚਣਾ ਪੈਣਾ ਹੈ। ਫਿਰ ਜਿਹੜੀਆਂ ਕਮੇਟੀਆਂ ਬਣਾਉਂਦੀ ਆ ਸਰਕਾਰ, ਉਹ ਤਾਂ ਆਪਣੇ ਪੱਖੀ ਬਣਾਊਗੀ, ਆਲੂ ਆਲੀਆ ਦੀ ਆਵੇ ਜਾਂ ਕਿਸੇ ਦੀ, ਜਿਹੜਾ 26 ਰੁਪਏ ਚ ਅਮੀਰ ਕਹੀ ਜਾਂਦਾ ਲੋਕਾਂ ਨੂੰ। ਹੁਣ ਤੁਸੀਂ ਕੀ ਕਰੋਗੇ? ਮੈਨੂੰ ਬਹੁਤ ਵਧੀਆ ਲੱਗਿਆ ਆ ਜਿਹੜੀ ਆਲੂ ਆਲੀਆ ਕਮੇਟੀ ਹੈ, ਇਹਦੇ ਬਾਰੇ ਡਾਕਟਰ ਗਿਆਨ ਸਿੰਘ ਹੋਰਾਂ ਦਾ ਲੇਖ ਆ, ਬਹੁਤ ਵਾਰੀ ਛਪਿਆ, ਅਸੀਂ ਵੀ ਛਾਪਦੇ ਹਾਂ ਇੱਥੇ, ਜਿਹੜਾ ਆਪਣਾ ਪਰਚਾ ਕੱਢਦੇ ਹਾਂ। ਬਹੁਤ ਮਿਹਰਬਾਨੀ ਇਹਨਾਂ ਦੀ, ਤੇ ਸਾਨੂੰ ਇਹੋ ਜਿਹੀ ਮੱਤ ਦਿੰਦੇ ਆ। ਰੌਲਾ ਇਹ ਹੈ ਕਿ ਜੇ ਸਵਾਮੀਨਾਥਨ ਤੇ ਬਹਿਸ ਹੋਵੇ ਤਾਂ ਇਹੀ ਨਾ ਹੋਵੇ ਕਿ ਕਿਸਾਨਾਂ ਨੂੰ ਬੂਢਾ ਮੁੱਲ ਦਿੱਤਾ ਜਾਵੇ ਉਹਨਾਂ ਦੀ ਜਿਣਸ ਦਾ। ਉਹਦੇ ਚ ਇਹ ਵੀ ਲਿਖਿਆ ਕਿ ਬੇਜ਼ਮੀਨਿਆਂ ਲਈ 1 ਏਕੜ ਜ਼ਮੀਨ ਦਿੱਤੀ ਜਾਵੇ ਤਾਂ ਕਿ ਉਹ ਆਪਣੇ ਪਸ਼ੂ ਪਾਲ ਕੇ ਆਪਣਾ ਜੀਵਨ ਨਿਰਵਾਹ ਕਰ ਸਕਣ। ਇਹਦੇ ਤੇ ਬਹਿਸ ਨਹੀਂ ਹੁੰਦੀ। ਮੈਂ ਘੁੰਮਣ ਸਾਹਿਬ ਨੂੰ ਥੋੜਾ ਜਿਹਾ ਜਾਣਨਾ ਚਾਹੁੰਦਾ ਸੀ ਉਹਨਾਂ ਤੋਂ ਕਿ ਜਿਹੜਾ ਖੇਤੀ ਸੰਕਟ ਹੈ, ਜਿਵੇਂ ਪੰਜਾਬ ਵਿੱਚ ਖੇਤੀ ਸੰਕਟ ਹੈ, ਇਸ ਤਰ੍ਹਾਂ ਵਿਦਰਭ ਵਿੱਚ, ਮਹਾਰਾਸ਼ਟਰ ਵਿੱਚ ਖੇਤੀ ਸੰਕਟ ਹੈ। ਕਿ ਖੇਤੀ ਸੰਕਟ ਜ਼ਿਆਦਾ ਉਹਨਾਂ ਥਾਵਾਂ ਤੇ ਨਹੀਂ ਹੈ ਜਿੱਥੇ ਜ਼ਿਆਦਾ ਕੈਸ਼ ਕ੍ਰੌਪਿੰਗ ਹੋ ਗਈ ਹੈ, ਹਰ ਥਾਂ ਤੇ ਕੈਸ਼ ਕ੍ਰੌਪਸ ਦਾ ਜ਼ਿਆਦਾ ਬੋਲਬਾਲਾ? ਕੀ ਇਹਦਾ ਵੀ ਕੋਈ ਕਾਰਨ ਹੋ ਸਕਦਾ? ਬਸ ਮੇਰਾ ਇੰਨਾ ਹੀ ਸਵਾਲ ਹੈ ਜੀ। ਮਿਹਰਬਾਨੀ ਜੀ, ਮਿਹਰਬਾਨੀ। ਮੈਂ ਰਣਜੀਤ ਧੀਰ ਜੂਕੇ ਤੋਂ ਉਹਨਾਂ ਨੂੰ ਬੇਨਤੀ ਕਰਾਂਗਾ 2 ਮਿੰਟ ਦੇ ਵਿੱਚ। ਕਈ ਗੱਲਾਂ ਦਾ ਅਫਸੋਸ ਵੀ ਹੁੰਦਾ ਸੁਣ ਕੇ, ਕਿਸਾਨਾਂ ਦੀਆਂ ਖੁਦਕਸ਼ੀਆਂ, ਤੇ ਕਿ ਪੰਜਾਬ ਦੀ ਆਰਥਿਕਤਾ ਵਿੱਚ ਕਿਸਾਨੀ ਤੇ ਜਿਹੜੀ ਹੈਗੀ ਹੈ ਖੇਤੀਬਾੜੀ ਦਾ ਹਿੱਸਾ ਬਹੁਤ ਘਟਦਾ ਜਾ ਰਿਹਾ ਹੈ। ਪਰ ਡਾਕਟਰ ਗਿਆਨ ਸਿੰਘ ਔਰ ਕੇ ਸ਼ਰੀਫ ਤੇ ਵਾਲੀਆ ਸਾਹਿਬ ਉਹਨਾਂ ਨੇ ਬੜੇ ਅਹਿਮ ਨੁਕਤੇ ਉਠਾਏ ਨੇ, ਜਿਨ੍ਹਾਂ ਦਾ ਤਾਲੁਕ ਹੈ ਕਿ
ਘੁੰਮਣ ਸਾਹਿਬ ਦਾ ਜਿਹੜਾ ਵਿਸ਼ਲੇਸ਼ਣ ਹੈ ਉਹ ਬੜਾ ਜਨਰਲਾਈਜ਼ਡ ਹੈ। ਲੇਕਿਨ ਜਿਵੇਂ ਡਾਕਟਰ ਗਿਆਨ ਸਿੰਘ ਨੇ ਕਿਹਾ ਕਿ ਇਕੱਲੇ ਕਿਸਾਨ ਹੀ ਖੁਦਕੁਸ਼ੀਆਂ ਨਹੀਂ ਕਰ ਰਹੇ, ਜਿਹੜੇ ਖੇਤ ਮਜ਼ਦੂਰ ਹੈ ਜਾਂ ਜਿਹੜੇ ਉੱਥੇ ਲੋਹਾਰ ਜਾਂ ਦੂਜਾ ਕੰਮ ਹੱਥ ਦੇ ਦਸਤਕਾਰ ਨੇ ਉਹ ਵੀ ਖੁਦਕੁਸ਼ੀਆਂ ਕਰ ਰਹੇ ਨੇ। ਕੇ ਸ਼ਰੀਫ ਉਹਨਾਂ ਨੇ ਕਿਹਾ ਕਿ ਵੀ ਧਨਾਢ ਕਿਸਾਨ ਜਿਹਦੇ ਕੋਲ 1000 ਕਿੱਲਾ ਜ਼ਮੀਨ ਹੈ ਉਹਦੀਆਂ ਸਮੱਸਿਆਵਾਂ ਉਹ ਨਹੀਂ ਜਿਹਦੇ ਕੋਲ ਸਿਰਫ 1.5 ਕਿੱਲਾ ਜ਼ਮੀਨ ਹੈ। ਇਸੇ ਤਰ੍ਹਾਂ ਵਾਲੀਆ ਸਾਹਿਬ ਨੇ ਗੱਲ ਕੀਤੀ ਹੈ ਸੱਭਿਆਚਾਰਕ ਪੱਖ ਤੋਂ ਜਿਹੜੇ ਕਰਜ਼ੇ ਲਏ ਜਾ ਰਹੇ ਨੇ। ਇਹ ਸਾਰੀਆਂ ਗੱਲਾਂ ਨਾ ਜਿਹਨੂੰ ਕਹਿੰਦੇ ਆ ਸਕੋਪਿੰਗ ਆਫ ਦੀ ਪ੍ਰੋਬਲਮ। ਮੈਂ ਸਮਝਦਾ ਕਿ ਡਾਕਟਰ ਘੁੰਮਣ ਸਾਹਿਬ ਬੜੇ ਤਕੜੇ ਵਿਦਵਾਨ ਨੇ, ਖੇਤੀ ਦੇ ਮਾਹਰ ਨੇ। ਉਹ ਜਨਰਲਾਈਜ਼ਡ ਲੈਵਲ ਦੇ ਐਨਾਲਿਸਿਸ ਤੋਂ ਅੱਗੇ ਜਿਹੜੀਆਂ ਸਪੈਸੀਫਿਸਿਟੀਜ਼ ਨੇ ਇਸ ਪ੍ਰੋਬਲਮ ਦੀਆਂ, ਤਾਂ ਕਿ ਇਸ ਪ੍ਰੋਬਲਮ ਦੀ ਪ੍ਰੋਪਰ ਸਕੋਪਿੰਗ ਹੋਵੇ ਕਿ ਕਿਹੜੇ ਵਰਗ ਉੱਤੇ ਕੀ ਅਸਰ ਪੈ ਰਿਹਾ, ਉਹਦੇ ਕੀ ਕਾਰਨ ਹੈ। ਜੇ ਤੁਸੀਂ ਉਹਦਾ ਅਸਲੀ ਪੂਰਾ ਡਾਇਗਨੋਸਿਸ ਕਰੋਗੇ ਤਾਂ ਹੀ ਤੁਸੀਂ ਉਹਦਾ ਹੱਲ ਲੱਭ ਸਕੋਗੇ। ਔਰ ਇਸ ਕਰਕੇ ਸਿਰਫ ਇਹੀ ਕਹੀ ਜਾਣਾ ਕਿ ਜੀ ਜਿਹੜੇ ਮਾਹਰ ਹੈਗੇ ਆ ਭਾਰਤ ਵਿੱਚੋਂ ਜਾਂ ਪੰਜਾਬ ਵਿੱਚੋਂ ਲੈ ਕੇ ਕਮੇਟੀਆਂ ਬਣਾਓ, ਉਹ ਗੱਲ ਸਹੀ ਹੈ। ਪਰ ਇਹਦੀ ਜਿਹੜੀ ਹੈਗੀ ਹੈ ਪੰਜਾਬ ਦੇ ਜਿਹੜੇ ਮਾਹਰ ਨੇ, ਜਿਹੜੇ ਵਿਦਵਾਨ ਨੇ, ਉਹ ਇਹਦੀ ਪਹਿਲਾਂ ਪ੍ਰੋਪਰ ਸਕੋਪਿੰਗ ਜ਼ਰੂਰ ਕਰਨ ਤਾਂ ਕਿ ਸਾਡੇ ਵਰਗਾ ਸਧਾਰਨ ਬੰਦਾ ਸਮਝ ਸਕੇ। ਮੈਂ ਇੰਨੀ ਗੱਲ ਕਰਨਾ ਚਾਹੁੰਦਾ। ਬਹੁਤ ਮਿਹਰਬਾਨੀ। ਐਡਵੋਕੇਟ SL ਵਿਰਦੀ ਜੀ, ਸੰਤੋਖ ਲਾਲ ਵਿਰਦੀ ਜੀ, ਐਡਵੋਕੇਟ ਵਿਰਦੀ ਜੀ, ਆਵਾਜ਼ ਆਉਂਦੀ ਹੈ? ਹਾਂਜੀ ਆਉਂਦੀ ਜੀ, ਆਉਂਦੀ। ਕਰੋ ਗੱਲ। ਭਾਈ ਸਾਹਿਬ, ਮੈਂ ਜਿਹੜੀ ਗੱਲ ਡਾਕਟਰ ਘੁੰਮਣ ਸਾਹਿਬ ਨੇ ਇਸ਼ਾਰਾ ਵੀ ਇਸ ਗੱਲ ਦਾ ਕੀਤਾ ਹੈ ਸਾਡੇ ਪ੍ਰਤੀ, ਬਈ ਅਸਲ ਦੇ ਵਿੱਚ ਜਿਹੜੀ ਸਾਡੀ ਦੇਸ਼ ਦੀ ਕਿਸਾਨੀ ਹੈ ਨਾ, ਉਹਦਾ ਜੋ ਸੰਕਟ ਹੈ ਉਹਨੂੰ ਸਮਝਿਆ ਨਹੀਂ ਜਾ ਰਿਹਾ। ਜਿਹੜੇ ਲੋਕ ਉੱਪਰ ਬੈਠ ਕੇ ਕਿਸਾਨੀ ਲਈ ਸਕੀਮਾਂ ਬਣਾਉਂਦੇ, ਉਹਨੇ ਕਦੀ ਖੇਤਾਂ 'ਚ ਪੈਰ ਨਹੀਂ ਪਾ ਕੇ ਦੇਖਿਆ। ਇਸ ਤੋਂ ਇਲਾਵਾ ਪਹਿਲੀ ਗੱਲ ਇਹ ਸਾਨੂੰ ਜਾਣਨੀ ਚਾਹੀਦੀ ਹੈ ਵੀ ਜਿਹੜੀ ਭਾਰਤ ਦੀ ਕਿਸਾਨੀ ਆ ਨਾ, ਉਹ 3 ਤਰ੍ਹਾਂ ਦੀ ਆ। ਇੱਕ ਕਿਸਾਨੀ ਉਹ ਆ ਜਿਹੜੀ 10 ਏਕੜ ਤੋਂ ਉੱਪਰ ਜਿਹਦੇ ਪਾਸ ਜ਼ਮੀਨ ਹੈ, ਤੇ ਉਹ ਸਿਰਫ ਡਾਕਟਰ ਗਿਆਨ ਸਿੰਘ ਜੀ ਨੇ 3 ਲੱਖ ਹੱਤਿਆਵਾਂ ਦੀ ਗੱਲ ਕੀਤੀ, ਜਿਹਦੇ ਵਿੱਚੋਂ 1,52,000 ਖੇਤ ਮਜ਼ਦੂਰਾਂ ਦੀਆਂ ਔਰ 1,47,000 ਜਿਹੜੇ ਕਿਸਾਨ ਹੈਗੇ ਖੇਤੀ ਵਾਲੇ, ਤੇ 1% ਦੂਜੇ ਵਿੱਚ ਜਿਹੜੇ ਨਾਲ ਸੰਬੰਧਿਤ ਹੈਗੇ। ਹੁਣ ਇਹਦਾ ਹੱਲ ਕੀ ਹੈ? ਕਿਉਂਕਿ 10% ਜਿਹੜੀ ਕਿਸਾਨੀ ਉਹਨੂੰ ਫਾਇਦਾ ਹੋ ਰਿਹਾ, ਪਰ ਬਾਕੀ ਜਿਹੜੀ ਕਿਸਾਨੀ ਆ ਉਹਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਰੇਟ ਜੇ ਵੱਧ ਵੀ ਜਾਂਦੇ, ਭਾਅ ਵੱਧ ਵੀ ਜਾਂਦੇ ਆ, ਕਿਉਂਕਿ ਉਹਦੇ ਕੋਲ ਪੈਦਾਵਾਰ ਹੀ ਆਪਣੇ ਖਾਣ ਜੋਗੀ ਹੁੰਦੀ ਹੈਗੀ ਆ, ਉਹਦੇ ਕੋਲ ਵੇਚਣ ਜੋਗੀ ਹੈ ਹੀ ਨਹੀਂ। ਇਸ ਲਈ ਇਹ ਜਿਹੜੀਆਂ ਅਸੀਂ ਓਪਰੀਆਂ ਗੱਲਾਂ ਸਾਰੀਆਂ ਸਾਡਾ ਦੇਸ਼ ਕਰ ਰਿਹਾ, ਉਹ ਬੇਕਾਰ ਹੈਗੀਆਂ। ਸਾਨੂੰ ਉਸੇ ਗੱਲ ਤੇ ਜਿਹੜੀ ਸੰਵਿਧਾਨ ਦੇ ਵਿੱਚ ਡਾਕਟਰ ਅੰਬੇਡਕਰ ਨੇ ਕਹੀ ਸੀ, ਬਈ ਸਾਰੇ ਜਿਹੜੇ ਲੋਕ ਆ ਉਹਨਾਂ ਪਾਸ ਪਹਿਲਾਂ ਤਾਂ ਜ਼ਮੀਨਾਂ ਹੈ ਨਹੀਂ, ਤੇ ਇਸ ਲਈ ਜਿਹੜੀ ਸਾਰੀ ਜ਼ਮੀਨ ਵੀ ਹੈ ਉਹ ਸਰਕਾਰ ਆਪਣੇ ਹੱਥ 'ਚ ਲੈ ਲਵੇ ਔਰ 20,000 ਏਕੜ ਦੇ ਫਾਰਮ ਬਣਾਵੇ। ਉਹਨਾਂ ਫਾਰਮਾਂ ਦੇ ਉੱਤੇ ਜਿਹੜੀ ਆਧੁਨਿਕ ਮਸ਼ੀਨਰੀ ਆ, ਉਹਨੇ ਉਸ ਵੇਲੇ ਰਸ਼ੀਆ ਦੇ ਵਿੱਚ ਜਿਹੜਾ ਐਗਰੀਕਲਚਰ ਰੈਵੋਲੂਸ਼ਨ ਚੱਲ ਰਿਹਾ ਸੀ, ਉਹਦੀ ਉਹਨਾਂ ਨੇ ਇਸ਼ਾਰਾ ਕੀਤਾ ਵੀ ਉਸ ਤਰ੍ਹਾਂ ਦੀ ਮਸ਼ੀਨਰੀ ਤੇ ਉਸ ਤਰ੍ਹਾਂ ਦੀਆਂ ਕੋਆਪਰੇਟਿਵ ਜਿਹੜੀਆਂ ਬਣਾ ਕੇ ਇਹ ਖੇਤੀ ਕੀਤੀ ਜਾਵੇ, ਸਾਰੇ ਲੋਕ ਕੰਮ ਕਰਨ, ਸਾਰਿਆਂ ਨੂੰ ਬਰਾਬਰ ਤਨਖਾਹ ਮਿਲੇ, ਨਾ ਕੋਈ ਜ਼ਿਮੀਦਾਰ ਰਹੂਗਾ ਨਾ ਕੋਈ ਮਜ਼ਾਰ। ਹਾਂ, ਬਹੁਤ ਭਲਾਈ ਸਾਹਿਬ, ਬਹੁਤ ਵਧੀਆ ਪ੍ਰੋਗਰਾਮ ਆ ਤੇ ਇਹਨੂੰ ਆਪਾਂ ਨਾ ਲਗਾਤਾਰ ਕੰਟੀਨਿਊ ਕਰੀਏ। ਤੇ ਇੰਨਾ ਬਹੁਤ ਧੰਨਵਾਦ ਸਾਰਿਆਂ ਦਾ। ਮਿਹਰਬਾਨੀ ਸਰ, ਮਿਹਰਬਾਨੀ। ਮੈਂ ਦਰਸ਼ਨ ਸਿੰਘ ਜੀ ਰਿਆੜ, ਐਡਵੋਕੇਟ ਜਲੰਧਰ ਤੋਂ, ਉਹਨਾਂ ਨੂੰ ਬੇਨਤੀ ਕਰਾਂਗਾ ਕੋਈ ਗੱਲ ਕਰਨੀ ਚਾਹੁੰਦਾ। ਭਲਾਈ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਗੱਲ ਕਰੋ ਜੀ। ਹਾਂਜੀ, ਇਹ ਮਸਲੇ ਤੇ ਵਾਲੀਆ ਸਾਹਿਬ ਤੇ ਘੁੰਮਣ ਸਾਹਿਬ ਨੇ ਜੋ ਸਾਰੇ ਮਸਲੇ ਸਾਰਾ ਪੂਰਾ ਡਿਟੇਲ ਵਿੱਚ ਡਿਸਕਸ ਕੀਤਾ ਵੈਸੇ ਤੇ ਜੀ, ਤੇ ਡਾਕਟਰ ਗਿਆਨ ਸਿੰਘ ਨੇ ਜੋ ਸਵਾਲ ਰਹਿੰਦੇ ਉਹ ਸਾਰੇ ਵਿੱਚ ਐਡ ਕਰ ਦਿੱਤੇ ਆ। ਥੋੜੀ ਜਿਹੀ ਗੱਲ ਮੈਂ ਐਡ ਕਰਨੀ ਚਾਹੁੰਦਾ ਵਿੱਚ ਹੋਰ ਜੀ। ਵਿਧਾਨ ਸਭਾ ਵਿੱਚ ਜੋ ਬਹਿਸ ਦੀ ਗੱਲ ਛਿੜੀ ਹੈ ਆਪਾਂ, ਉਹ ਜ਼ਰੂਰੀ ਚਾਹੀਦੀ, ਪਰ ਵਿਧਾਨ ਸਭਾ ਦਾ ਸੈਸ਼ਨ ਹੀ 1 ਦਿਨ ਤੋਂ ਵੱਧ ਨਹੀਂ ਹੁੰਦਾ, ਉਹ ਜ਼ਿਆਦਾ ਕਿਤੇ ਹੋਵੇ। ਮਿਹਰਬਾਨੀ। ਸਵਾਮੀਨਾਥਨ ਕਮਿਸ਼ਨ ਜਿਹੜੇ ਉਹਦੇ ਵਿੱਚ ਕੋਈ ਵਿਚਾਰ ਨਹੀਂ ਹੋ ਰਿਹਾ, ਉਹ ਵੀ ਬਹੁਤ ਜ਼ਰੂਰੀ ਆ। ਜੀ। ਜਿਹੜੇ ਛੋਟੇ ਸਮਾਜ ਕਿਸਾਨ ਆ, ਉਹਨਾਂ ਦੀ ਮੁਸ਼ਕਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਹ ਜ਼ਿਆਦਾ ਸਟ੍ਰੈਸ ਇਸ ਤੇ ਦੇਣਾ ਚਾਹੀਦਾ। ਮਿਹਰਬਾਨੀ ਜੀ, ਮਿਹਰਬਾਨੀ ਸਰ। ਕਿਉਂਕਿ ਟਾਈਮ ਸਾਡੇ ਕੋਲ ਥੋੜਾ ਰਹਿੰਦਾ ਹੈ। ਪ੍ਰਵਿੰਦਰ ਜੀ, ਕੋਈ ਪਬਲਿਕ ਵੱਲੋਂ ਸਵਾਲ ਲੱਗਦਾ ਸੀਗਾ, ਸ਼ਾਇਦ ਜਿਹੜੇ ਨਿੱਕੇ ਨਿੱਕੇ ਨਿਟੀ ਗ੍ਰਿਟੀ ਹੈ ਉਹ ਮੈਨੂੰ ਵੀ ਪਤਾ ਹੈ,
ਕਿ ਜਿਹੜੇ ਖੇਤ ਮਜ਼ਦੂਰ ਹੈ, ਮੈਂ ਜਦੋਂ 16,000 ਪੰਜਾਬ ਦੇ ਸੁਸਾਈਡ ਦੀ ਗੱਲ ਕੀਤੀ ਤਾਂ ਉਹਦੇ ਵਿੱਚ ਖੇਤ ਮਜ਼ਦੂਰਾਂ ਦੀ ਵੀ ਗੱਲ ਕੀਤੀ ਹੈ। 3 ਲੱਖ ਦੀ ਜਦੋਂ ਗੱਲ ਕੀਤੀ ਤੇ ਉਹਦੇ ਵਿੱਚ ਖੇਤ ਮਜ਼ਦੂਰ ਵੀ ਨੇ। MSP ਸਵਾਮੀਨਾਥਨ ਦੀ ਜਦੋਂ ਮੈਂ ਗੱਲ ਕੀਤੀ ਤੇ ਮੈਂ ਕਿਹਾ ਕਿ ਇਹ ਸੰਕਟ ਵਜ੍ਹਾ ਕਹਿਣਾ ਸੀ। ਬਾਕੀ ਜਿਹੜਾ ਵਾਲੀ ਸਾਹਿਬ ਨੇ ਗੱਲ ਕੀਤੀ, ਗਿਆਨ ਸਿੰਘ ਨੇ ਗੱਲ ਕੀਤੀ, ਉਹ ਠੀਕ ਹੈ, ਪਰ ਇਹਦੇ ਵਿੱਚ ਇਹ ਸੰਭਵ ਹੀ ਨਹੀਂ ਹੈ ਕਿ ਮੈਂ 20 ਮਿੰਟਾਂ 'ਚ ਇੰਨਾ ਸਾਰਾ ਕੁਝ ਸਮੇਟ ਸਕਦਾ, ਕਿਉਂਕਿ ਮੇਰਾ ਜਿਹੜਾ ਪਰਪਸ ਇਹ ਸੀ ਕਿ ਇੱਕ ਵੱਡੀ ਜਿਹੜੀ ਨਿਸ਼ਾਨਦੇਹੀ ਹੈ ਉਹ ਕੀਤੀ ਜਾਵੇ। ਤੇ ਜਦੋਂ ਮੈਂ ਇਹ ਕਹਿਣਾ ਕਿ ਮਾਹਰ ਇਸ ਤੇ ਗੱਲ ਕਰਨ, ਤੇ ਮੇਰੇ ਕੋਈ ਦੋਸਤਾਂ ਨੇ ਜਿਵੇਂ UK ਤੋਂ ਧੀਰ ਜੀ ਨੇ ਗੱਲ ਕੀਤੀ, ਤਾਂ ਉਹਦਾ ਮਤਲਬ ਇਹ ਹੈ ਕਿ ਉਹ ਜਿੰਨੇ ਵੀ ਕਿਸਾਨੀ ਨਾਲ ਜੁੜੇ ਜਾਂ ਖੇਤੀ ਨਾਲ ਜੁੜੇ ਜਾਂ ਕਿਸਾਨੀ ਦੇ ਹੋਰ ਜਿਹੜੇ ਸਟੇਕ ਹੋਲਡਰ ਉਹਨਾਂ ਨਾਲ ਜੁੜੇ, ਸਾਰੇ ਮਸਲੇ ਲੈ ਕੇ ਗੱਲ ਕਰਨ ਤੇ ਉਸ ਨੂੰ ਪੰਜਾਬ ਦੀ ਜਿਹੜੀ ਆਰਥਿਕਤਾ ਤੇ ਹਿੰਦੁਸਤਾਨ ਦੀ ਆਰਥਿਕਤਾ ਤੇ ਗਲੋਬਲ ਜਿਹੜੀ ਸੋਚ ਹੈ ਖੇਤੀ ਪ੍ਰਤੀ, ਉਹਦੇ ਕੰਟੈਕਸਟ 'ਚ ਰੱਖ ਕੇ ਸਮਝਣ ਦੀ ਇਹ ਮੇਰਾ ਪਰਪਸ ਸੀਗਾ। ਸੋ ਇਹ 20 ਮਿੰਟਾਂ 'ਚ ਇਹ ਆਸ ਰੱਖਣੀ ਕਿ ਮੈਂ ਹਰ ਗੱਲ ਦਾ ਉਹ ਕਰ ਲਵਾਂਗਾ, ਇਹ ਸੰਭਵ ਨਹੀਂ ਸੀ। ਇਟ ਨੈਕਸਟ ਟੂ ਇੰਪੋਸੀਬਲ। ਮੈਂ ਤਾਂ ਹੀ ਕਿਹਾ ਸੀ ਕਿ ਇਸ ਤੇ ਘੰਟਿਆਂ ਬਾਅਦ ਦੀ ਗੱਲ ਹੋ ਸਕਦੀ ਹੈ। ਦੂਜੀ ਗੱਲ ਜਿਹੜੀ ਹੈ ਕਿ ਇੱਕ ਦੋਸਤ ਸਭ ਤੋਂ ਪਹਿਲਾਂ ਕਿਸੇ ਨੇ ਪੁੱਛਿਆ ਸੀ ਕਿ ਇਹ ਕਿਸੇ ਹੋਰ ਦੇਸ਼ 'ਚ ਵੀ ਇਹਨੇ ਸੁਸਾਈਡ ਖੇਤੀ ਦੇ ਹੋ ਰਿਹਾ। ਮੇਰੇ ਜਿੱਥੋਂ ਤੱਕ ਮੇਰਾ ਇਨਫੋਰਮੇਸ਼ਨ ਹੈ, ਇਹ ਖੇਤੀ ਦੇ ਇਹਨੇ ਸੁਸਾਈਡ ਜਿਹੜੇ ਆ ਖੇਤੀ ਵਾਲੇ ਨਹੀਂ ਕਰ ਰਹੇ ਜਿੰਨੇ ਹਿੰਦੁਸਤਾਨ 'ਚ ਕਰ ਰਹੇ ਆ। ਹਿੰਦੁਸਤਾਨ 'ਚ ਵੀ ਮਹਾਰਾਸ਼ਟਰ 'ਚ ਪੰਜਾਬ ਨਾਲੋਂ ਜ਼ਿਆਦਾ ਹੋ ਰਹੇ ਨੇ। ਮੈਂ ਇੱਥੇ ਦੂਜੀ ਗੱਲ ਕਹਾਂਗੇ, ਪਾਕਿਸਤਾਨ 'ਚ ਜਿਸ ਕਿਸਮ ਦਾ ਐਗਰੀਕਲਚਰ ਦਾ ਸਿਸਟਮ ਹੈ, ਮੁਜ਼ਾਹਰਾ ਸਿਸਟਮ, ਉਹ ਹੋਰ ਤਰ੍ਹਾਂ ਦਾ ਹੈ, ਸਾਡੇ ਹੋਰ ਤਰ੍ਹਾਂ। ਉੱਥੇ ਤਾਂ ਐਗਰੀਕਲਚਰ ਲੈਂਡ ਦੀ ਲਿਮਟ ਵੀ ਜਿਹੜੀ ਹੈ 500 ਏਕੜ ਹੈ। ਸੋ ਤੀਜੀ ਗੱਲ ਮੈਂ ਕਹਿਣੀ ਹੈ ਕਿ ਦੁਆਬਾ ਮਾਲਵਾ, ਜਿਹੜਾ ਮਾਲਵਾ ਹੈ, ਇਹਦਾ ਦੁਆਬਾ ਹੈ ਹਿਸਟੋਰੀਕਲੀ ਜਿਹੜਾ ਇਹ ਇੱਕ ਪੜ੍ਹਨ ਲਿਖਣ ਵੱਲ ਵੀ ਅੱਗੇ ਰਿਹਾ, ਹੁਸ਼ਿਆਰਪੁਰ ਸਭ ਤੋਂ ਅੱਗੇ ਹੈ ਔਰ ਬਾਹਰ ਜਾਣ 'ਚ ਵੀ। ਸੋ ਉਹ ਮਾਲਵੇ ਨੂੰ ਜੇ ਦੁਆਬੇ ਨੂੰ ਬਚਾਇਆ ਤੇ ਬਹੁਤ ਸਾਰਾ ਇਸ ਗੱਲ ਨੇ ਬਚਾਇਆ। ਇਸੇ ਲਈ ਮੈਂ ਕਹਿਣਾ, ਜਦੋਂ ਇਹ ਮੈਂ ਕਹਿਣਾ ਕਿ ਖੇਤੀ ਸੰਕਟ ਦਾ ਹੱਲ ਕੱਲਾ ਖੇਤੀ 'ਚ ਨਹੀਂ ਹੈ, ਤਾਂ ਉਹਦਾ ਮਤਲਬ ਇਹ ਹੈ ਕਿ ਬਹੁਤ ਸਾਰੇ ਕਿਸਾਨਾਂ ਦੀ ਖੇਤੀ ਵਾਇਬਲ ਨਹੀਂ ਹੈ, ਇਕਨੋਮਿਕਲੀ ਵਾਇਬਲ ਨਹੀਂ ਹੈ। ਸੋ ਇਸ ਕਰਕੇ ਤੁਸੀਂ ਪੰਜਾਬ 'ਚ ਆਪਣੇ ਗਵਾਂਢ 'ਚ ਪਿੰਡਾਂ 'ਚ ਦੇਖ ਲਓ ਕਿ ਜਿਹੜੇ ਖੇਤੀ ਵਾਲੇ ਛੋਟੇ ਕਿਸਾਨ ਖਾਸ ਕਰਕੇ ਦਾ ਕੋਈ ਮੁੰਡਾ ਕੁੜੀ ਨਾਲ ਕੋਈ ਸਾਈਡ ਬਿਜ਼ਨਸ ਜਾਂ ਨੌਕਰੀ ਕਰ ਰਿਹਾ, ਉਹ ਸੁਸਾਈਡ ਨਹੀਂ ਕਰ ਰਹੇ, ਜਾਂ ਜਿਹੜੇ ਲੀਜ਼ ਤੇ ਵੀ ਲੈ ਰਹੇ ਉਹ ਕਰ ਰਹੇ ਨੇ ਬਹੁਤੇ, ਔਰ ਉਹ ਕਿਉਂਕਿ ਲੀਜ਼ ਬਹੁਤ ਵੱਡਾ ਮਨੀ ਹੈ। ਸੋ ਇਹ ਮੈਂ ਦੂਜਾ ਜਿਹੜਾ ਗੱਲ ਹੈ ਕਿ ਮੈਂ ਕਹਿਣਾ ਕਿ ਆਪਣਾ ਬਰਤਾਨੀਆ ਤੋਂ ਵਰਿੰਦਰ ਸ਼ਰਮਾ ਦੀ ਗੱਲ ਕੀਤੀ ਹੈ, ਪੋਲੀਟਿਕੋ ਐਕੈਡੈਮਿਕਸ, ਬਿਲਕੁਲ ਇਹਨਾਂ 'ਚ ਕੋਈ ਤਾਲਮੇਲ ਨਹੀਂ ਹੈ। ਜਿਹੜੇ ਪੋਲੀਟੀਕਲ ਪਾਰਟੀਆਂ ਨੇ ਉਹ ਐਕੈਡੈਮਿਕਸ ਨੂੰ ਟੌਰ ਨਹੀਂ ਕਰਦੀਆਂ ਤੇ ਐਕੈਡੈਮਿਕਸ ਦੇ ਵੀ ਪੋਲੀਟੀਕਲ ਪਾਰਟੀਆਂ ਪ੍ਰਤੀ ਇੱਕ ਲੈਵਲ ਤੇ ਕੰਟੈਂਪਟ ਹੈ। ਸੋ ਮੈਨੂੰ ਲੱਗਦਾ ਕਿ ਇਹ ਜਿਹੜੀ ਸੋਚ ਹੈ ਅਜੇ ਡਿਵੈਲਪ ਹੀ ਨਹੀਂ ਹੋਈ, ਤੇ ਜਿੰਨਾ ਚਿਰ ਤੱਕ ਇਹ ਡਿਵੈਲਪ ਨਹੀਂ ਹੁੰਦੀ ਇਹਦਾ ਹੱਲ ਵੀ ਕੁਝ ਨਹੀਂ ਲੱਭਣਾ। ਇੱਕ ਸਵਾਲ ਨੂਰਪੁਰ ਜਦੋਂ ਆਇਆ ਸੀ ਕਿ ਸਰਕਾਰਾਂ ਦਾ ਫਰਜ਼ ਬਣਦਾ, ਆਪਾਂ ਇਸ ਐਕਸਪੈਕਟ ਕਰ ਰਹੇ ਹਾਂ ਜਾਂ ਇਸ ਹਾਈਪੋਥੇਸਿਸ 'ਚ ਡਿਮਾਂਡ ਕਰ ਰਹੇ ਕਿ ਸਰਕਾਰਾਂ ਲੋਕਾਂ ਨਾਲ ਨੇ, ਕਿਸਾਨਾਂ ਨਾਲ ਨੇ, ਖੇਤ ਮਜ਼ਦੂਰਾਂ ਨਾਲ ਨੇ। ਨਹੀਂ, ਹੁਣ ਦੀਆਂ ਸਰਕਾਰਾਂ ਕਾਰਪੋਰੇਟਸ ਨਾਲ ਨੇ। ਸੋ ਇਸ ਕਰਕੇ ਉਹਨਾਂ ਸਰਕਾਰਾਂ ਤੋਂ ਉਮੀਦ ਰੱਖਣੀ, ਹਾਂ ਜੇ ਸੋਸ਼ਲ ਮੂਵਮੈਂਟ ਸਟਰੋਂਗ ਹੋਣ ਤਾਂ ਸਰਕਾਰਾਂ ਜਿਹੜੀਆਂ ਤੁਹਾਡੀ ਗੱਲ ਵੀ ਸੁਣ ਗਈਆਂ, ਨਹੀਂ ਤਾਂ ਉਹ ਇੱਕ ਜਿਹੜਾ ਮਨੀਸ਼ੰਕਰ ਆਇਰ ਦੀ ਮੈਨੂੰ ਇੱਕ ਯਾਦ ਹੈ ਕਿ 5 ਸਾਲ ਲਈ ਲੋਕ ਵੋਟਾਂ ਪਾ ਕੇ ਸਰਕਾਰਾਂ ਬਣਾਉਂਦੇ ਨੇ। ਪਾਰਲੀਮੈਂਟ 'ਚ ਸਟੇਟਮੈਂਟ ਸੀ ਪਹਿਲੇ UPA ਵਿੱਚ, ਤੇ ਉਸ ਤੋਂ ਬਾਅਦ ਕੰਪਨੀਆਂ ਤੇ ਕਾਰਪੋਰੇਟਸ ਡਿਸਾਈਡ ਕਰਦੀਆਂ ਨੇ ਕਿ ਪਾਲਿਸੀਆਂ ਕੀ ਹੋਣਗੀਆਂ। ਹੁਣ ਸਵਾਲ ਇਸ ਕਰਕੇ ਉਹਨਾਂ ਸਰਕਾਰਾਂ ਤੋਂ ਉਮੀਦ ਰੱਖਣੀ। ਜੇ ਸਵਾਮੀਨਾਥਨ ਜਿਹੜਾ ਹੈ ਉਹਦੇ ਵਿੱਚ ਨਾ ਮੈਂ ਪੋਲਿਟਿਕਸ ਤਾਂ ਹੀ ਕਿਹਾ ਸੀ ਕਿਉਂਕਿ ਸਵਾਮੀਨਾਥਨ ਨੇ ਜੋ MSP ਤੋਂ ਵੱਧ 400-500 ਪੇਜ ਲਿਖਿਆ, ਉਹਦੇ ਬਾਰੇ ਕੋਈ ਨਾ ਕਿਸਾਨ ਜਥੇਬੰਦੀ ਨਾ ਪੋਲੀਟੀਕਲ ਪਾਰਟੀਆਂ ਗੱਲ ਹੀ ਨਹੀਂ ਕਰਦੀਆਂ ਕਿ ਪਿੰਡ ਦੀ ਐਜੂਕੇਸ਼ਨ, ਹੈਲਥ, ਇਨਫਰਾਸਟ੍ਰਕਚਰ ਠੀਕ ਕਰੋ, ਉਹਦੇ ਬਾਰੇ ਕੋਈ ਗੱਲ ਨਹੀਂ ਕਰਦੇ। ਔਰ ਜੇ ਬਹੁਤ ਸਾਰੇ ਤੇ ਨਿਸ਼ਾਨਦੇਹੀ ਕਰਨ ਤੇ ਉਸ ਤੋਂ ਬਾਅਦ ਫਿਰ ਇੱਕ ਡਿਬੇਟ ਹੋਵੇ ਕਿ ਕੀ ਉਹ ਠੀਕ ਹੈ ਜਾਂ ਗਲਤ ਹੈ, ਤੇ ਫਿਰ ਜੋ ਲਿਖ ਕੇ ਨਿਕਲਦਾ ਉਹ ਅਸੈਂਬਲੀ 'ਚ ਜਿਹੜੇ ਦੋਸਤ ਕਹਿੰਦੇ ਕਿ ਅਸੈਂਬਲੀ ਇੱਕ ਦਿਨ ਚੱਲਦੀ, ਅਸੈਂਬਲੀ 100 ਦਿਨ ਚੱਲੇਗੀ। ਇਸ ਇਸ਼ੂ ਤੇ 20 ਦਿਨ ਬਹਿਸ ਹੋ ਸਕਦੀ ਹੈ ਜੇ ਲੋਕ ਇਸ ਗੱਲ ਨੂੰ ਤੋਰਨ ਤੇ ਲੋਕ ਇਸ ਗੱਲ ਦੀ ਡਿਮਾਂਡ ਕਰਨ ਤੇ ਲੋਕ ਪੋਲੀਟੀਕਲ ਪਾਰਟੀਆਂ ਨੂੰ ਇਸ ਗੱਲ ਲਈ ਮਜਬੂਰ ਕਰਨ। ਅਸੈਂਬਲੀ ਚੱਲੇਗੀ, ਉਹਨੂੰ ਕੋਈ ਨਹੀਂ ਰੋਕ ਸਕਦਾ, ਡਿਪੈਂਡ ਕਰਦਾ ਕਿ ਲੋਕ ਕੀ ਚਾਹੁੰਦੇ ਨੇ। ਵਿਰਦੀ ਜੀ ਨਾਲ ਮੈਂ ਇੱਕ ਉਹ ਸਹਿਮਤ ਹਾਂ ਕਿ 3 ਕਿਸਮ ਦੇ ਕਿਸਾਨ ਨੇ, ਪਰ ਮੈਂ ਇਹ ਬਿਲਕੁਲ ਸਹਿਮਤ ਨਹੀਂ ਕਿ ਇਹ ਹੋ ਜੇ ਤਾਂ ਵਧੀਆ ਹੈ, ਪਰ ਇਹ ਜਿਹੜਾ ਮਾਡਲ ਉਹ ਰਸ਼ੀਅਨ ਮਾਡਲ ਉਹ ਦੇ ਰਹੇ ਨੇ ਉਹ ਉੱਥੇ ਵੀ ਹੁਣ ਹੈ ਨਹੀਂ, ਤੇ ਅਸੀਂ ਉਸ ਨੂੰ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ ਚਾਹੁੰਦੇ ਹਾਂ। ਇਹ ਮੈਨੂੰ ਮੈਂ ਐਟਲੀਸਟ ਇਹਦੇ ਬਾਰੇ ਕੋਈ ਮੇਰੀ ਸਮਝ ਨਹੀਂ ਹੈ।
ਜਦੋਂ ਟਰਮਸ ਆਫ ਟ੍ਰੇਡ ਦੀ ਗੱਲ ਕਰ ਰਹੇ ਹਾਂ ਤਾਂ ਟਰਮਸ ਆਫ ਟ੍ਰੇਡ ਤਾਂ ਹੀ ਠੀਕ ਹੋਏਗਾ ਜੇ ਟਰਮਸ ਆਫ ਟ੍ਰੇਡ ਤੈਅ ਕਰਨ ਲਈ ਪਹਿਲਾਂ ਇਹ ਫੈਸਲਾ ਕੀਤਾ ਜਾਵੇ ਕਿ ਕੇਵਲ ਕਿਸਾਨੀ ਦੇ ਇਨਪੁਟ ਹੀ ਉਹਦੇ ਵਿੱਚ ਨਹੀਂ ਲੈਣੇ ਜੋ ਖੇਤੀ ਇਨਪੁਟਸ ਤੋਂ ਇਲਾਵਾ ਕਿਸਾਨ ਜਿਹੜੀਆਂ ਯੂਜ਼ ਕਰਦਾ, ਕਿ ਕਿਸਾਨ ਦੀਆਂ ਲੋੜਾਂ ਹੋਰ ਵੀ ਬਹੁਤ ਨੇ, ਜਾਂ ਮਜ਼ਦੂਰ ਦੀਆਂ ਲੋੜਾਂ, ਜਾਂ ਖੇਤੀ ਨਾਲ ਜੁੜੇ ਹੋਰ ਵਰਗ ਦੀਆਂ ਲੋੜਾਂ ਹੋਰ ਵੀ ਉਹ ਸਾਰੀਆਂ ਨੂੰ ਧਿਆਨ ਚ ਰੱਖਿਆ ਜਾਵੇ। ਅੱਜ ਦਾ ਜਿਹੜਾ ਟੌਪਿਕ ਹੈ ਉਹ ਕਿਸਾਨੀ ਸੰਕਟ ਦਾ ਸੀ, ਇਸ ਕਰਕੇ ਮੇਰਾ ਮੇਨ ਫੋਕਸ ਕਿਸਾਨੀ ਸੰਕਟ ਤੇ ਸੀ। ਤੇ ਜਿਹੜੇ ਦੋਸਤਾਂ ਨੂੰ ਲੱਗਦਾ ਹੈ ਕਿ ਇਹ ਹੋਰ ਜਿਹੜੇ ਕਿਸਾਨੀ ਨਾਲ ਜੁੜੇ ਮੁੱਦੇ ਨਹੀਂ ਲਏ ਗਏ ਉਹ ਠੀਕ ਨੇ, ਪਰ ਸ਼ਾਇਦ ਇਹਨੇ ਥੋੜੇ ਟਾਈਮ 'ਚ ਇਹ ਨਹੀਂ ਲਈ ਜਾ ਸਕਦੇ ਸੀ।